ਵੈਲਕਮ ਦੋਸਤੋ ਐਸਆਰ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਕਰ ਰਹੇ ਹਾਂ ਪੋਲਿਟੀ ਦੇ ਵਿੱਚ ਆਪਾਂ ਸੰਵਿਧਾਨ ਦੀ ਸੀਰੀਜ਼ ਸ਼ੁਰੂ ਕੀਤੀ ਸੀਗੀ, ਜਿਸ ਵਿੱਚ ਕਿ ਆਪਾਂ ਭਾਗ ਪਹਿਲਾ ਤੇ ਦੂਸਰਾ ਕਵਰ ਕਰ ਲਿਆ ਸੀਗਾ। ਜਿਸ ਵਿੱਚ ਕਿ ਆਪਾਂ ਪਹਿਲੇ 'ਚ ਸੰਘ ਤੇ ਸੰਘੀ ਖੇਤਰ ਦੇਖਿਆ, ਦੂਸਰੇ ਵਿੱਚ ਨਾਗਰਿਕਤਾ ਦੇਖੀ ਸੀਗੀ ਤੇ ਤੀਸਰੀ ਕਲਾਸ ਵਿੱਚ ਆਪਾਂ ਮੌਲਿਕ ਅਧਿਕਾਰਾਂ ਦਾ ਪਹਿਲਾ ਪਾਠ ਕਰਿਆ ਸੀ, ਜਿਸ ਵਿੱਚ ਆਪਾਂ ਜਾਣਿਆ ਸੀਗਾ ਕਿ ਮੌਲਿਕ ਅਧਿਕਾਰ ਹੁੰਦੇ ਕੀ ਹੈ ਤੇ ਉਹਨਾਂ ਦੀ ਵਿਸ਼ੇਸ਼ਤਾਵਾਂ ਤੇ ਉਹਨਾਂ ਦੀ ਇਤਿਹਾਸ ਪੁਸ਼ਟਭੂਮੀ ਦੇਖਿਆ ਸੀਗਾ। ਅੱਜ ਆਪਾਂ ਮੌਲਿਕ ਅਧਿਕਾਰਾਂ ਦਾ ਦੂਸਰਾ ਪਾਠ ਕਰ ਰਹੇ ਹਾਂ। ਜੇ ਤੁਸੀਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਆਪਣੀ ਚੈਨਲ ਦੀ ਪਲੇਲਿਸਟ 'ਚ ਪਈ ਹੈ, ਉਹ ਤੁਸੀਂ ਦੇਖ ਸਕਦੇ ਹੋ। ਅੱਜ ਆਪਾਂ ਕਰਾਂਗੇ ਮੌਲਿਕ ਅਧਿਕਾਰਾਂ ਦਾ ਦੂਸਰਾ ਪਾਠ ਕਰ ਰਹੇ ਹਾਂ ਜੀ, ਜਿਸ ਵਿੱਚ ਆਪਾਂ 12 ਤੋਂ ਲੈ ਕੇ 35 ਆਰਟੀਕਲ ਤੱਕ ਭਾਗ ਤੀਜਾ ਪੂਰਾ ਕਵਰ ਕਰਾਂਗੇ ਜੀ। ਇਸ ਜਿਹੜੀ ਕਲਾਸ ਹੈ ਪਾਠ ਦੂਸਰੇ ਵਿੱਚ ਆਪਾਂ ਕਰਾਂਗੇ 12 ਤੋਂ 18 ਆਰਟੀਕਲ ਤੱਕ ਤੇ ਅਗਲੀ ਕਲਾਸ ਵਿੱਚ ਆਪਾਂ ਬਾਕੀ ਦੇ ਕਰਾਂਗੇ। ਠੀਕ ਹੈ ਜੀ। ਠੀਕ ਹੈ, ਪਹਿਲਾਂ ਆਪਾਂ ਦੇਖਦੇ ਹਾਂ ਕਿ ਮੌਲਿਕ ਅਧਿਕਾਰ 6 ਹੈ, ਜਿਹੜਾ ਆਪਾਂ ਪਿਛਲੀ ਕਲਾਸ ਕਰਾਈ 6 ਅਧਿਕਾਰ ਹੈ ਜੀ ਮੌਲਿਕ ਅਧਿਕਾਰ। ਪਹਿਲਾ ਹੈਗਾ ਜੀ ਸਮਾਨਤਾ ਦਾ ਅਧਿਕਾਰ। ਇਸ ਨੂੰ ਆਪਾਂ ਕਿਸੇ ਬੱਚੇ ਦੇ ਏਜ ਗਰੁੱਪ ਦੇ ਨਾਲ ਯਾਦ ਕਰਾਂਗੇ, ਕਿਉਂਕਿ ਇਹਨਾਂ ਨੂੰ ਯਾਦ ਕਰਨਾ ਕਈ ਵਾਰੀ ਆਪਾਂ ਜਦੋਂ ਪੇਪਰ 'ਚ ਬੈਠੇ ਨਾ ਉਹ ਭੁੱਲ ਜਾਂਦੇ ਆ, ਤੇ ਆਪਾਂ ਏਜ ਗਰੁੱਪ ਦੇ ਨਾਲ ਹੀ ਯਾਦ ਕਰਾਂਗੇ, ਉਸ ਨਾਲ ਆਪਣੇ ਆਰਟੀਕਲ ਵੀ ਯਾਦ ਹੋ ਜਾਣਗੇ। ਸਮਾਨਤਾ ਦਾ ਅਧਿਕਾਰ ਜੀ ਇਹ ਹੈਗਾ ਆਪਣੇ ਆਰਟੀਕਲ 14 ਤੋਂ 18 ਤੱਕ ਡਿਫਾਈਨ ਕੀਤਾ ਗਿਆ। ਜਦੋਂ ਆਪਾਂ ਛੋਟੇ ਹੁੰਦੇ ਹਾਂ, ਘਰ ਵਿੱਚ ਹੁੰਦੇ ਹਾਂ, 14 ਤੋਂ 18 ਸਾਲ ਦੀ ਉਮਰ ਤੱਕ ਹੁੰਦੇ ਹਾਂ, ਉਦੋਂ ਆਪਾਂ ਸਮਾਨਤਾ ਦੀ ਮੰਗ ਕਰਦੇ ਹਾਂ। ਕਿਵੇਂ ਕਿ ਆਪਾਂ ਦੇਖਦੇ ਹਾਂ ਵੀ ਵੱਡੇ ਭਾਈ ਨੂੰ ਇਹ ਦਿੱਤਾ, ਛੋਟੇ ਨੂੰ ਇਹ ਦਿੱਤਾ, ਮੇਰੇ ਲਈ ਕੁਛ ਨਹੀਂ, ਉੱਥੇ ਆਪਾਂ ਸਮਾਨਤਾ ਭਾਲਦੇ ਕਹਿੰਦੇ ਹੁੰਦੇ ਨਾ। ਉਸ ਤਰੀਕੇ ਨਾਲ ਸਮਾਨਤਾ ਦਾ ਅਧਿਕਾਰ 14 ਤੋਂ 18 ਦੀ ਏਜ ਤੱਕ ਆਪਾਂ ਸਮਾਨਤਾ ਨੂੰ ਪ੍ਰੈਫਰੈਂਸ ਦਿੰਦੇ ਹੈਗੇ। ਉਸ ਤੋਂ ਬਾਅਦ ਆਪਣਾ ਆਉਂਦਾ ਸੁਤੰਤਰਤਾ ਦਾ ਅਧਿਕਾਰ। ਜਦੋਂ ਆਪਾਂ 18 ਤੋਂ ਵੱਡੇ ਹੋ ਜਾਂਦੇ ਹਾਂ, 18 ਤੋਂ 22 ਸਾਲ ਦੀ ਉਮਰ ਤੱਕ ਆਪਾਂ ਸੁਤੰਤਰਤਾ ਦੀ ਮੰਗ ਕਰਨ ਲੱਗ ਜਾਂਦੇ ਹਾਂ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ, ਘਰੋਂ ਆਪਾਂ ਨੂੰ ਥੋੜੀ ਜਿਹੀ ਫਰੀडम ਚਾਹੀਦੀ ਹੁੰਦੀ ਹੈ। ਉਸ ਤਰ੍ਹਾਂ ਸੁਤੰਤਰਤਾ ਦਾ ਅਧਿਕਾਰ ਏਜ ਗਰੁੱਪ ਦੇ ਨਾਲ ਯਾਦ ਰੱਖਿਓ, 18 ਤੋਂ 22 ਸਾਲ ਤੱਕ ਸੁਤੰਤਰਤਾ ਦਾ ਅਧਿਕਾਰ। ਠੀਕ ਹੈ ਜੀ, 18 ਏਜ ਤੋਂ 22 ਸਾਲ ਤੇ ਇਸ ਤਰ੍ਹਾਂ ਆਰਟੀਕਲ ਵੀ 18 ਤੋਂ 22 ਤੱਕ ਜੀ। ਉਸ ਤੋਂ ਬਾਅਦ ਜਦੋਂ 22 ਤੋਂ ਵੱਡੇ ਹੋ ਜਾਂਦੇ ਆ, ਥੋੜੇ ਜਿਹੇ ਆਪਾਂ ਬਾਹਰ ਨਿਕਲਦੇ ਆ, ਗ੍ਰੈਜੂਏਟ ਹੋ ਕੇ ਨਾ ਨਿਕਲਦੇ ਆ ਗਿਆ, ਫਿਰ ਆਪਣਾ ਹੁੰਦਾ ਸ਼ੋਸ਼ਣ। ਸ਼ੋਸ਼ਣ ਕਿਵੇਂ ਹੁੰਦਾ ਕਿ ਆਪਾਂ ਨੂੰ ਕੋਈ ਰਿਸ਼ਤਾ ਮਤਲਬ ਕਿ ਆਪਾਂ ਨੂੰ ਪੁੱਛਣ ਲੱਗ ਜਾਂਦੇ ਆ, ਪੁੱਛਣ ਸਾਨੂੰ ਕੀ ਕਰਦਾ ਹੈ ਕੀ ਨਹੀਂ ਕਰਦਾ ਨਾ, ਜਿਹਨੂੰ ਆਪਾਂ ਆਪਣਾ ਸ਼ੋਸ਼ਣ ਸਮਝਦੇ ਹਾਂ। ਇੱਕ ਯਾਦ ਕਰਨ ਦੀ ਟ੍ਰਿਕ ਹੈ ਜਸਟ, ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਹ ਆਪਣਾ ਆ ਜਾਂਦਾ 23 ਤੇ 24 ਸਾਲ ਦੀ ਉਮਰ 'ਚ, ਮਤਲਬ ਕਿ 23 ਤੇ 24 ਆਰਟੀਕਲ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਜੋ 24 ਸਾਲ ਤੋਂ ਦੇਖ ਲਿਆ ਵੀ ਦੁਨੀਆਦਾਰੀ ਇੰਨੀ ਕੋਈ ਹੈਗੀ ਆ, ਜੋਬ ਵਗੈਰਾ ਲਈ ਆਪਾਂ ਥੋੜਾ ਜਿਹਾ ਆਪਣੇ ਆਪ ਦਾ ਹੀ ਸ਼ੋਸ਼ਣ ਕਰਦੇ ਹਾਂ, ਥੋੜਾ ਜਿਹਾ ਆਪਣਾ ਸਮਾਜ ਵੱਲੋਂ ਸ਼ੋਸ਼ਣ ਹੁੰਦਾ 23-24 ਸਾਲ ਦੀ ਉਮਰ 'ਚ। ਫਿਰ ਆਪਾਂ ਜਾਂਦੇ ਥੋੜੇ ਜਿਹਾ ਧਾਰਮਿਕ ਵਿਚਾਰਧਾਰਾ ਹੋ ਜਾਂਦੇ ਆ। ਉਸ ਤੋਂ ਬਾਅਦ ਧਰਮ ਦੇ ਹੁਣ ਦੇਖਦੇ ਹੋ WhatsApp ਤੇ ਸਟੇਟਸ ਸਭ ਦੇ ਧਾਰਮਿਕ ਲੱਗੇ ਹੁੰਦੇ ਆ। ਉਸ ਤਰ੍ਹਾਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੁਤੰਤਰਤਾਵਾਂ ਦਾ ਅਧਿਕਾਰ। ਥੋੜੇ ਧਾਰਮਿਕ ਹੋ ਜਾਂਦੇ ਆ, ਕਦੋਂ ਤੱਕ ਰਹਿੰਦੇ ਆ 25 ਤੋਂ 28 ਸਾਲ ਤੱਕ ਆਪਾਂ ਰਹਿੰਦੇ ਆ ਧਾਰਮਿਕ ਜੀ। 28 ਤੋਂ ਬਾਅਦ ਕੋਈ ਪਤਾ ਲੱਗ ਜਾਂਦਾ ਕਿ ਕੁਛ ਨਹੀਂ। ਠੀਕ ਹੈ ਜੀ। ਫਿਰ ਆਪਾਂ ਗੱਲਾਂ ਕਰਦੇ ਹਾਂ, ਥੋੜੀ ਜਿਹੀ ਵੱਡੀ ਏਜ ਹੋ ਜਾਂਦੀ ਹੈ ਨਾ, ਥੋੜਾ ਫਿਰ ਆਪਾਂ ਦੇਖਦੇ ਹੈਗੇ ਸੰਸਕ੍ਰਿਤੀ, ਸੱਭਿਆਚਾਰ ਤੇ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਸਿੱਖਿਆ, ਸੰਸਕ੍ਰਿਤੀ ਤੇ ਸਿੱਖਿਆ ਸੰਬੰਧੀ ਅਧਿਕਾਰ। ਕਿਸ ਵਿੱਚ 29 ਤੋਂ 30 ਸਾਲ ਦੀ ਏਜ, 29 ਤੋਂ 30 ਸਾਲ ਦੀ ਏਜ 'ਚ ਸਿੱਖਿਆ ਤੇ ਸੰਸਕ੍ਰਿਤੀ ਦੇ ਅਧਿਕਾਰ। ਇਹ ਦੇਖ ਰਿਹਾ ਨਜ਼ਰ ਇੱਕ ਸੈਕਿੰਡ ਥੋੜਾ ਉੱਪਰ ਲਿਖ ਦਿੰਦੇ ਹਾਂ ਆਪਾਂ। 28 ਸਾਲ ਦੀ ਉਮਰ ਤੱਕ ਪਹੁੰਚ ਗਏ ਸੀ। ਉਸ ਤੋਂ ਬਾਅਦ ਆ ਗਈ 29 ਸਾਲ, 29-30 ਸਾਲ ਸੰਸਕ੍ਰਿਤੀ ਤੇ ਸਿੱਖਿਆ ਸੰਬੰਧੀ ਅਧਿਕਾਰ। ਸਿੱਖਿਆ ਸੰਬੰਧੀ ਅਧਿਕਾਰ ਕਿੰਨੀ ਉਮਰ 'ਚ 29 ਤੋਂ 30 ਸਾਲ ਦੀ ਏਜ ਗਰੁੱਪ, ਮਤਲਬ ਕਿ ਆਰਟੀਕਲ 29 ਤੇ 30 ਆਰਟੀਕਲ ਦੇ ਵਿੱਚ ਕੀ ਆਪਣੇ ਸੰਸਕ੍ਰਿਤੀ ਤੇ ਸਿੱਖਿਆ ਸੰਬੰਧੀ ਅਧਿਕਾਰ ਹੈ ਜੀ। ਠੀਕ ਹੈ। ਉਸ ਤੋਂ ਬਾਅਦ 31 ਆਪਣਾ ਰੱਦ ਹੋ ਗਿਆ ਸੀਗਾ। ਠੀਕ ਹੈ ਜੀ। ਸਿੱਧਾ ਆਪਣਾ 32 ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਆ ਜਾਂਦਾ ਆਪਣਾ ਆਰਟੀਕਲ 32 ਡਿਫਾਈਨ ਕਰਦਾ। ਠੀਕ ਹੈ ਜੀ। ਹੋ ਗਿਆ ਯਾਦ। ਪਹਿਲਾ ਆਪਣਾ ਹੈਗਾ ਸੁਤੰਤਰਤਾ ਸਮਾਨਤਾ ਦਾ ਅਧਿਕਾਰ। 15 ਤੋਂ 18 ਸਾਲ ਦੀ ਉਮਰ 'ਚ ਆਪਾਂ ਘਰ ਵਿੱਚ ਹੀ ਸਮਾਨਤਾ ਦੀ ਮੰਗ ਕਰਦੇ ਹਾਂ ਕਿ ਸਾਨੂੰ ਸਾਰਿਆਂ ਸਮਾਨਤਾ ਰੱਖੀ ਜਾਵੇ। ਫਿਰ 18 ਤੋਂ ਵੱਡੇ ਹੋ ਗਏ ਜਦੋਂ 19 ਤੋਂ 22 ਸਾਲ ਤੱਕ ਆਪਾਂ ਆਪਣੀ ਸੁਤੰਤਰਤਾ ਦੀ ਗੱਲ ਕਰਦੇ ਹਾਂ।
22 ਤੋਂ 23 ਤੋਂ 24 ਤੋਂ ਬਾਅਦ ਆਪਣਾ ਸ਼ੋਸ਼ਣ ਹੁੰਦਾ ਜਦੋਂ ਆਪਾਂ ਗ੍ਰੈਜੂਏਟ ਹੋ ਜਾਂਦੇ ਹਾਂ। ਫਿਰ 25 ਤੋਂ 28 ਤੱਕ ਆਪਾਂ ਧਾਰਮਿਕ ਵਿਚਾਰਾਂ ਦੇ ਹੋ ਜਾਂਦੇ ਹਾਂ, ਠੀਕ ਹੈ। 29 30 ਚ ਆਪਾਂ ਸੰਸਕ੍ਰਿਤੀ ਤੇ ਸਿੱਖਿਆ ਦੀ ਗੱਲ ਕਰਦੇ ਹਾਂ। 32 ਚ ਆ ਗਿਆ ਸੰਵਿਧਾਨਿਕ ਉਪਚਾਰਨ। ਇਹ ਹੋ ਗਏ ਆਪਣੇ 6 ਅਧਿਕਾਰ, ਮੂਲ ਅਧਿਕਾਰ, ਠੀਕ ਹੈ। ਅੱਜ ਆਪਾਂ ਕਰਾਂਗੇ ਪਹਿਲਾ ਅਧਿਕਾਰ ਜਿਹੜਾ ਸਮਾਨਤਾ ਅਧਿਕਾਰ ਹੈ, 14 ਤੋਂ 18 ਆਰਟੀਕਲ ਤੱਕ, ਠੀਕ ਹੈ। ਉਸ ਤੋਂ ਪਹਿਲਾਂ ਆਰਟੀਕਲ 12 ਤੇ ਆਰਟੀਕਲ 13 ਉਹਨਾਂ ਨੂੰ ਆਪਾਂ ਪੜਾਂਗੇ ਵਿਸਤਾਰ ਨਾਲ। ਆਰਟੀਕਲ 12 ਤੇ 18 ਜੋ ਕਿ ਆਪਾਂ ਨੂੰ ਗਰੰਟੀ ਤੇ ਸੁਰੱਖਿਆ ਮੁਹੱਈਆ ਕਰਾਉਂਦੇ ਹੈਗੇ, ਠੀਕ ਹੈ ਜੀ। ਮੌਲਿਕ ਅਧਿਕਾਰਾਂ ਪ੍ਰਤੀ ਗਰੰਟੀ ਤੇ ਸਿੱਖਿਆ ਮੁਹੱਈਆ ਕਰਾਉਂਦੇ। ਇਸ ਵਿੱਚ ਕੀ ਹੈ, ਰਾਜ ਨੂੰ ਪਰਿਭਾਸ਼ਿਤ ਕੀਤਾ ਗਿਆ ਜੀ। ਜਦੋਂ ਮੈਂ ਰਾਜ ਦੀ ਗੱਲ ਕਰੂੰਗਾ ਉੱਥੋਂ ਤੁਸੀਂ ਸਮਝਣਾ ਦੇਸ਼, ਇੱਥੇ ਰਾਜ ਮਤਲਬ ਦੇਸ਼ ਦੀ ਗੱਲ ਹੋ ਰਹੀ ਹੈ। ਰਾਜ ਦੀ ਪਰਿਭਾਸ਼ਾ ਹੈ ਜੀ, ਰਾਜ ਦੀ ਪਰਿਭਾਸ਼ਾ ਮਤਲਬ ਕਿ ਰਾਜ ਕਿਸ ਨੂੰ ਕਹਾਂਗੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਰਾਜ ਦੇ ਅੰਡਰ ਆਉਣਗੀਆਂ, ਜਿਨ੍ਹਾਂ ਦੇ ਵਿੱਚ ਕਿ ਜਿਹੜੀਆਂ ਸੰਸਥਾਵਾਂ ਨੂੰ ਪਰਿਭਾਸ਼ਿਤ ਕਰਾਂਗੇ ਉਹ ਸਾਰਾ ਕੀ ਹੋਊਗਾ, ਰਾਜ ਹੋਊਗਾ। ਜਿਨ੍ਹਾਂ ਦੇ ਜੇਕਰ ਉਹ ਸੰਸਥਾਵਾਂ ਜੋ ਕਿ ਰਾਜ ਦੀ ਪਰਿਭਾਸ਼ਾ ਦੇ ਅੰਡਰ ਆਉਂਦੀਆਂ ਉਹ ਆਪਣੇ ਕਿਸੇ ਵੀ ਤਰੀਕੇ ਨਾਲ ਕਾਨੂੰਨ ਨਿਰਮਾਣ ਕਰਦੀਆਂ ਤੇ ਉਹ ਕਾਨੂੰਨਾਂ ਨਾਲ ਆਪਣੇ ਸੰਵਿਧਾਨ ਦੇ ਮੂਲ ਅਧਿਕਾਰਾਂ ਦਾ ਜੇਕਰ ਹਨਨ ਹੁੰਦਾ ਤਾਂ ਆਪਾਂ ਉਸ ਦੇ ਲਈ ਕਿੱਥੇ ਜਾ ਸਕਦੇ ਹਾਂ, ਸਿੱਧੇ ਸੁਪਰੀਮ ਕੋਰਟ ਜਾ ਸਕਦੇ ਹਾਂ ਜੀ, ਠੀਕ ਹੈ ਜੀ। ਪਿਛਲੇ ਕਲਾਸ 'ਚ ਆਪਾਂ ਪੜ੍ਹਿਆ ਸੀਗਾ ਕਿ ਇਹਨਾਂ ਮੂਲ ਅਧਿਕਾਰਾਂ ਦੇ ਪ੍ਰਤੀ ਆਪਾਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹਾਂ, ਠੀਕ ਹੈ। ਉੱਥੇ ਆਪਾਂ ਰਿਟ ਜਾਰੀ ਕਰ ਸਕਦੇ ਹਾਂ, ਠੀਕ ਹੈ ਜੀ, ਰਿਟ ਲਗਾ ਸਕਦੇ ਹਾਂ। ਇੱਥੋਂ ਰਾਜ ਦੀ ਪਰਿਭਾਸ਼ਾ ਦੇ ਅੰਦਰ ਕੀ ਕੀ ਆਉਂਦਾ ਹੈ, ਰਾਜ ਦੇ ਅੰਦਰ ਕੀ ਕੀ ਆਉਂਦਾ, ਜਿਨ੍ਹਾਂ ਦੇ ਮਤਲਬ ਕਾਨੂੰਨਾਂ ਦੇ ਵਿੱਚ ਜਾ ਸਕਦੇ ਹਾਂ। ਇਹ ਇੰਪੋਰਟੈਂਟ ਹੈ ਜੀ, ਕੁਐਸਚਨ ਆਏ ਹੋਏ ਆ। ਇਸ ਵਿੱਚ ਆ ਗਈ ਸੰਸਦ ਆ ਜਾਂਦੀ ਪਹਿਲਾਂ ਤਾਂ ਆਪਣਾ ਸੰਸਦ, ਇਹਨੂੰ ਆਪਾਂ ਕਰਾਉਣੀ ਇਸੇ ਤਰ੍ਹਾਂ ਹੀ ਤਰਤੀਬ ਵਿੱਚ ਯਾਦ ਕਰਾਂਗੇ। ਸੰਸਦ ਆ ਗਈ, ਫਿਰ ਆ ਗਈ ਭਾਰਤ ਸਰਕਾਰ, ਥਰਡ ਆ ਗਈ ਆਪਣੀ ਵਿਧਾਨ ਪ੍ਰੀਸ਼ਦ, ਵਿਧਾਨ ਸਭਾਵਾਂ ਆ ਗਈਆਂ, ਠੀਕ ਹੈ ਜੀ। ਰਾਜ ਸਰਕਾਰ ਆ ਗਈ, ਅੱਗੇ ਆ ਗਈ ਇਸ ਵਿੱਚ ਜਿਹੜੀਆਂ ਆਪਣੀਆਂ ਲੋਕਲ ਬੋਡੀਜ਼ ਮਤਲਬ ਪੰਚਾਇਤ ਹੋ ਗਈ, ਜਿਵੇਂ ਨਗਰ ਨਿਗਮ ਹੋ ਗਈ, ਇਹ ਸਾਰੇ ਲੋਕਲ ਬੋਡੀਜ਼। ਉਸ ਤੋਂ ਬਾਅਦ ਆ ਗਈ ਜੋ ਵੀ ਸੰਸਥਾਵਾਂ ਆਪਣੀ ਸਰਕਾਰ ਦੇ ਅੰਡਰ ਵਰਕ ਕਰਦੀਆਂ, ਸਰਕਾਰ ਦੇ ਅੰਡਰ ਕੰਮ ਕਰਨ ਵਾਲੀਆਂ ਸੰਸਥਾਵਾਂ ਜਿਵੇਂ ਕਿ ਹੁੰਦੀਆਂ ਹੈਗੀਆਂ ਆਪਣੀਆਂ LIC ਹੋ ਗਈ, ਇਸ ਵਿੱਚ ਜਿਵੇਂ LIC ਹੋ ਜੂਗੀ, ONGC ਹੋ ਜੂਗੀ, ਹੈ ਨਾ। ਲੋਕਲ ਬੋਡੀਜ਼ ਹੋ ਜਾਣਗੀਆਂ ਆਪਣੀ ਪੰਚਾਇਤ, ਨਗਰ ਨਿਗਮ, ਇਹ ਸਾਰੇ ਲੋਕਲ ਬੋਡੀਜ਼ ਆ ਜਾਣਗੇ, ਠੀਕ ਹੈ। ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਰਾਜ ਦੀ ਪਰਿਭਾਸ਼ਾ ਦੇ ਅੰਦਰ ਆਉਂਦੀਆਂ। ਸੰਸਦ, ਭਾਰਤ ਸਰਕਾਰ, ਵਿਧਾਨ ਸਭਾਵਾਂ, ਰਾਜ ਸਰਕਾਰ, ਲੋਕਲ ਬੋਡੀਜ਼, ਸਰਕਾਰ ਦੇ ਅੰਦਰ ਕੰਮ ਨਹੀਂ ਕਰਨ ਵਾਲੀ ਸਾਰੀਆਂ ਸੰਸਥਾਵਾਂ। ਇਹ ਜਿੰਨੀਆਂ ਵੀ ਸੰਸਥਾਵਾਂ ਇਹਨਾਂ ਦੇ ਬਣਾਏ ਗਏ ਕਾਨੂੰਨਾਂ ਵਿਰੁੱਧ ਇਹਨਾਂ ਦੁਆਰਾ ਬਣਾਏ ਗਏ ਕਾਨੂੰਨ ਜੇਕਰ ਆਪਣੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਕਰਦੇ ਆ, ਉਹਨਾਂ ਦੀ ਹਨਨ ਕਰਦੇ ਆ, ਤਾਂ ਆਪਾਂ ਸਿੱਧੇ ਕਿੱਥੇ ਜਾ ਸਕਦੇ ਹਾਂ, ਸੁਪਰੀਮ ਕੋਰਟ ਵਿੱਚ ਜਾ ਸਕਦੇ ਹਾਂ। ਇਹ ਤੁਸੀਂ ਸਾਰੀਆਂ ਨੋਟ ਕਰ ਲੈਣੀਆਂ ਜਿਹੜੇ ਕਿ ਆਰਟੀਕਲ 12 ਦੇ ਅੰਦਰ ਡਿਫਾਈਨ ਹੈ, ਰਾਜ ਦੀ ਪਰਿਭਾਸ਼ਾ ਦੇ ਅੰਦਰ ਡਿਫਾਈਨ ਹੈ। ਰਾਜ ਦੇ ਅੰਦਰ ਇਹ ਆਉਣਗੇ, ਠੀਕ ਹੈ ਜੀ। ਅੱਗੇ ਆ ਜਾਂਦਾ ਜੀ 13 ਆਰਟੀਕਲ 12 ਦੇ ਵਿੱਚ ਸਮਝ ਆ ਗਿਆ। ਇਸ ਵਿੱਚ ਰਾਜ ਦੀ ਪਰਿਭਾਸ਼ਾ ਚ ਸਿੰਪਲੀ ਆਪਣਾ ਜਿਵੇਂ ਸਟੇਟ ਲੈਵਲ ਦਾ ਐਗਜ਼ਾਮ ਹੈ, ਮਾਸਟਰ ਕੈਡਰ ਹੈ ਤੇ ਸਾਰਾ ਯਾਦ ਹੋਣਾ ਚਾਹੀਦਾ ਹੈ। ਜੇ ਆਪਾਂ ਪੰਜਾਬ ਪੁਲਿਸ ਪਟਵਾਰੀ ਐਗਜ਼ਾਮ ਦੇ ਰਹੇ ਸਿਰਫ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ 12 ਦੇ ਅੰਦਰ ਰਾਜ ਦੀ ਪਰਿਭਾਸ਼ਾ ਹੈ ਤੇ ਇਹਨਾਂ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ, ਇਹਨਾਂ ਦੇ ਖਿਲਾਫ ਅਸੀਂ ਸੁਪਰੀਮ ਕੋਰਟ ਜਾ ਸਕਦੇ ਹਾਂ। ਆਰਟੀਕਲ 12 ਦੇ ਵਿੱਚ ਲਿਖਿਆ ਹੋਇਆ, ਠੀਕ ਹੈ ਜੀ, ਜਿਨ੍ਹਾਂ ਦਾ ਹੱਲ ਹੁੰਦਾ ਹੈ ਜੀ ਆਪਣੇ ਮੂਲ ਅਧਿਕਾਰ ਦਾ। ਅੱਗੇ ਹੈਗਾ ਜੀ ਆਪਣਾ ਆਰਟੀਕਲ 13। ਆਰਟੀਕਲ 13 ਦੇ ਵਿੱਚ ਵਿਧੀ ਦੀ ਪਰਿਭਾਸ਼ਾ ਜੀ, ਵਿਧੀ ਨੂੰ ਡਿਫਾਈਨ ਕੀਤਾ ਗਿਆ। ਵਿਧੀ ਮਤਲਬ ਕਾਨੂੰਨ ਕਿਸ ਵਿਧੀ ਨਾਲ ਬਣਾਇਆ ਗਿਆ, ਵਿਧੀ ਦੀ ਪਰਿਭਾਸ਼ਾ। ਵਿਧੀ ਬਾਰੇ ਦੱਸਿਆ ਗਿਆ ਇਸ ਵਿੱਚ ਮਤਲਬ ਕਿ ਅਜਿਹੀ ਮਤਲਬ ਕਿ ਕਿਸ ਵਿਧੀ ਰਾਹੀਂ ਮੂਲ ਅਧਿਕਾਰ ਵਿੱਚ ਚੁਣੌਤੀ ਕਰਦੀ ਹੈ, ਠੀਕ ਹੈ ਜੀ। ਮਤਲਬ ਕਿ ਵਿਧੀ ਜਿਸ ਵਿੱਚ ਕਿ ਨਿਆਇਕ ਸਮੀਖਿਆ ਹੁੰਦੀ ਹੈ, ਨਿਆਇਕ ਸਮੀਖਿਆ, ਜੁਡੀਸ਼ੀਅਲ ਰਿਵਿਊ ਜਿਹਨੂੰ ਆਪਾਂ ਕਹਿੰਦੇ ਹਾਂ ਜੁਡੀਸ਼ੀਅਲ ਰਿਵਿਊ, ਠੀਕ ਹੈ। ਇਸ ਵਿੱਚ ਜਿਹੜੀਆਂ ਸੰਸਥਾਵਾਂ ਆਪਾਂ ਰਾਜ ਦੇ ਅੰਦਰ ਪੜ੍ਹੀਆਂ, ਠੀਕ ਹੈ, ਉਹਨਾਂ ਵਿੱਚ ਆਪਣੀ ਸੰਸਦ ਸੀਗੀ, ਉਹਨਾਂ ਦੇ ਕਾਨੂੰਨ ਸੀਗੇ। ਮਤਲਬ ਕਿ ਵਿਧੀ 3 ਤਰੀਕੇ ਨਾਲ ਬਣਦੀ ਹੈ। ਪਹਿਲੇ ਤੁਸੀਂ ਇਹ ਸਮਝੋ ਵਿਧੀ ਬਣਦੀ 3 ਤਰੀਕੇ ਨਾਲ। ਸੰਸਦ ਬਣਾਉਗੀ ਕਾਨੂੰਨ ਜਾਂ ਬਣਾਉਣਗੀਆਂ ਰਾਜ ਵਿਧਾਨ ਸਭਾਵਾਂ, ਠੀਕ ਹੈ ਜੀ, ਇਹ ਬਣਾਉਣੀਆਂ। ਸੈਕੰਡ ਆਊਗਾ ਰਾਜਪਾਲ ਜਾਂ ਰਾਸ਼ਟਰਪਤੀ, ਉਹਨਾਂ ਦੁਆਰਾ ਜਾਰੀ ਕੀਤੇ ਅਧਿਆਦੇਸ਼ ਜਾਰੀ ਕਰਦੇ ਆ ਨਾ, ਰਾਜਪਾਲ ਕਰਦਾ ਹੈ
213 तहत आर्टिकल, राष्ट्रपति का 123 तहत अध्यादेश हो गए। अगे होंगे न्यायपाल अपनी कार्यपालिका, कार्यपालिका द्वारा जारी आदेश। ये तीन तरह तीन संस्थावां, तीन पार्ट्स है, संसद, राज्य विधानसभा कानून निर्माण करे, कोई भी कानून निर्माण करता उन्होंने, राज्यपाल राष्ट्रपति द्वारा जारी अध्यादेश ऑर्डिनेंस या कार्यपालिका द्वारा जारी आदेश। ठीक है जी, ये इन्हां दी विधि की जांच करती है न्यायपालिका। ठीक है जी, मतलब कि न्यायपालिका ये जांच करेगी जुडिशियल रिव्यू के तहत कि ये उपचार किते जिहड़े भी कानून बनाए गए या अध्यादेश आ रहे ये अपने संविधान के जिहड़े मूल अधिकार है उन्होंने हनन तो नहीं कर रहे, तो इन्ना जेकर ये मूल अधिकारों का हनन कर रहे होंगे तो उन्होंने सस्पेंड डिसमिस किया जा सकता है, उन्होंने कानूनों डिसमिस कर सकती है सुप्रीम कोर्ट। ठीक है जी, तो दूसरा उन्होंने अवैध घोषित किया जा सकता है किसके तहत, आर्टिकल 13 के तहत। ठीक है जी, तार कि इस न्यायिक समीक्षा की गल की जाती है, जुडिशियल रिव्यू की गल की जाती है। जुडिशियल रिव्यू मतलब की होंगे, मतलब कि इन्हां तिन्नां चीज़ों द्वारा बना, तिन्नां जो पढ़िया संसद, ऑर्डिनेंस ते कार्यपालिका के आदेश, इन्हां द्वारा बनाए गए कानूनों की जो न्यायपालिका ये जांच करती है कि वह संवैधानिक है या नहीं है, उसनूं कहते हैं जुडिशियल रिव्यू। ठीक है जी, इस विच विधि की परिभाषा सिंपली इन्ना याद रखना भी विधि की परिभाषा है, इस विच जुडिशियल रिव्यू पावर प्राप्त करती है। इस मतलब कि जुडिशियल रिव्यू वर्ड नहीं है, इस आर्टिकल 13 जुडिशियल रिव्यू वर्ड नहीं कितने भी लिखा गया, बस इस आर्टिकल तो जुडिशियल रिव्यू की पावर प्राप्त करती है कौन, सुप्रीम कोर्ट जी। ठीक है, इन्ना चेते रखना तुसीं भी जुडिशियल रिव्यू की पावर प्राप्त करती है, वर्ड नहीं लिखना, इस वर्ड नहीं लिखा गया, विधि वर्ड किहड़ा कल्ला विधि है इस। ठीक है जी, चलो अगे आप शुरू करते हैं अपना पहला मौलिक अधिकार। एक चीज है कि इस आर्टिकल 13 च रहेगी लॉ, इस लॉ आप गल करिए कानून, कानून की गल करिए, कानून के अंदर की आ जाएंगे, ऑर्डिनेंस आ जाएंगे, जो आप पहले जारी अध्यादेश लिख लो पंजाबी अध्यादेश, जिन्होंने आप इंग्लिश ऑर्डिनेंस कहने हैं। ठीक है जी, इस ऑर्डर आ जाएंगे, बाय ऑर्डर आ जाएंगे, बाय लॉ आ जाएंगे। ठीक है जी, बाय लॉ और आ जाएंगे रूल, ये इसी तरह याद रखने रूल, ते एक आ जो रेगुलेशन, लास्ट आ जो नोटिफिकेशन। मतलब कि इन्हां सारिया चीज़ों में जेकर किसी भी अध्यादेश ऑर्डर च बाय लॉ च रूल च रेगुलेशन च नोटिफिकेशन किसी भी जेकर मौलिक अधिकारों का हनन होंदा है तो आर्टिकल 13 के तहत सुप्रीम कोर्ट उन्हां चीज़ों का जुडिशियल रिव्यू कर सकती है, तो उन्होंने अवैध या डिसमिस कर सकती है। ठीक है, इस एक होर वर्ड याद रखियो, इस जी अपनी कॉन्स्टिट्यूशन अमेंडमेंट होंदी है, शोध होंदी है, संवैधानिक शोध वो नहीं ऐड है। ये बहुत बार क्वेश्चन बनया भी आर्टिकल 13 के तहत विधि के अंदर किहड़े आउंदे आ, उस ऑप्शन पा देंगे ये अध्यादेश, बी पाता संवैधानिक शोध, नोटिफिकेशन पाता, नोटिफिकेशन भी तुसीं रखना याद है, अपने दिल्ली पुलिस के एग्जाम च आया है संवैधानिक शोध। ठीक है, तो ये याद रखियो कि इस संवैधानिक शोध नहीं ऐड है, इस सिर्फ आह वर्ड ऐड है, ये वाला वर्ड नहीं ऐड है। ठीक है, एक क्वेश्चन आया हुआ है। अगे करते हैं आप समानता का अधिकार। पहला अपना जो अधिकार है समानता का अधिकार, जो आप करें 14 तो 18 तक बच्चा की भालदा समानता भालदा, कितने भालदा परिवार च, सिर्फ याद रखेंगे 14 तो 18 तक। ठीक है जी, समानता अधिकार पहला आर्टिकल आ जाता है इसमें 14 तो 18 तक है ना, पहला आप पढ़ते हैं आर्टिकल 14 की कहना जी। इस कानून दो चीज़ों को डिफाइन किया गया, एक किया गया कानून के सामने समानता, कानून के सामने समानता जी, दूसरा आ जाता है इस कानून की बराबर सुरक्षा, कानून की बराबर सुरक्षा। ठीक है, पहला आप इस पोर्शन में पढ़ांगे, फिर आप इस पोर्शन में पढ़ांगे। ठीक है जी, चेते बस तुम दिमाग च इन्नी चीज रखनी है, कानून के सामने समानता ते कानून की बराबर सुरक्षा। ठीक है, पहला आप इसमें पढ़ांगे, बाद उसमें पढ़ते हैं। पहला की कानून के सामने समानता, मतलब कि जिवें कि पता ही लग रहा शब्दों की पता लग रहा, कानून के सामने समानता मतलब कि कानून के सामने सब बराबर है, कानून के सामने सब बराबर है, भावें उच्चा है भावें नीवा है, कोई गरीब है कोई अमीर है, कानून के सामने सब बराबर है जी। ठीक है, एवं नहीं है कि जो कोई अमीर है तो उसको स्पैशल कोई प्रोविजन मिल जूगा, जो कोई गरीब है तो उन्होंने कोई धक्का हो जाएगा, एवं नहीं है, कानून के सामने सब समानता है।
ਇਹ ਆਪਾਂ ਜਿਹੜਾ ਇਹ ਟਰਮ ਲਈਏ ਕਿੱਥੋਂ ਲਈ ਹੈ, ਇਹ ਕੁਐਸਚਨ ਬਣਦਾ ਬ੍ਰਿਟੇਨ ਤੋਂ ਲਈ ਆਪਾਂ ਜੀ, ਬ੍ਰਿਟੇਨ ਤੋਂ ਲਈ ਹੈ। ਸਭ ਤੋਂ ਪਹਿਲਾਂ ਇਹ ਟਰਮ ਕਿਹਨੇ ਦਿੱਤੀ ਸੀਗੀ, ਏਵੀ ਡਾਇਸੀ ਸੀਗਾ ਇੱਕ ਮਤਲਬ ਕਿ ਇੱਕ ਵਿਚਾਰਧਾਰਕ ਏਵੀ ਡਾਇਸੀ, ਉਹਦਾ ਆਇਆ ਸੀ ਰੂਲ ਆਫ ਲਾਅ। ਇਹ ਵੀ ਕੁਐਸਚਨ ਆਇਆ ਹੋਇਆ ਜੀ, ਰੂਲ ਆਫ ਲਾਅ ਕਿਹਦੀ ਥਿਊਰੀ ਹੈ, ਸਿਧਾਂਤ ਕਿਹਦਾ ਹੈ, ਇਹ ਹੈਗਾ ਏਵੀ ਡਾਇਸੀ ਦਾ। ਇਹਨੇ ਦਿੱਤਾ ਜੀ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਨੇ, ਤੇ ਆਪਾਂ ਕਿੱਥੋਂ ਪ੍ਰਾਪਤ ਕੀਤਾ, ਬ੍ਰਿਟੇਨ ਤੋਂ ਪ੍ਰਾਪਤ ਕੀਤੀ ਹੈ ਟਰਮ ਕਾਨੂੰਨ ਦੇ ਸਾਹਮਣੇ ਸਮਾਨਤਾ। ਠੀਕ ਹੈ ਜੀ, ਇਸ ਦੇ ਵਿੱਚ ਕੀ ਹੈ ਵੀ ਕਾਨੂੰਨ ਦੇ ਸਾਹਮਣੇ ਸਭ ਸਮਾਨ ਹੈਗੇ। ਠੀਕ ਹੈ, ਇਸ ਦੇ ਕੁਝ ਅਪਵਾਦ ਹੈ। ਅਪਵਾਦ ਮਤਲਬ ਕੀ ਹੁੰਦਾ ਕਿ ਕੁਝ ਨੂੰ ਸਪੈਸ਼ਲ ਪ੍ਰੋਵੀਜ਼ਨ ਦਿੱਤਾ ਵੀ ਗਿਆ। ਠੀਕ ਹੈ, ਮਤਲਬ ਕਿ ਅਪਵਾਦ ਹੈ ਉਹ ਲਿਖ ਲਿਓ ਤੁਸੀਂ, ਅਪਵਾਦ ਹੀ ਜ਼ਿਆਦਾ ਕੁਐਸਚਨ ਦੇ ਵਿੱਚ ਆਉਂਦੇ ਆ। ਠੀਕ ਹੈ, ਇਸ ਵਿੱਚ ਕਿਹਨੂੰ ਮਿਲਿਆ ਸਪੈਸ਼ਲ ਸੁਰੱਖਿਆ, ਅਪਵਾਦ ਮਤਲਬ ਸਪੈਸ਼ਲ ਸੁਰੱਖਿਆ ਜਿਹੜੀ ਮਿਲੇ ਰਾਸ਼ਟਰਪਤੀ ਤੇ ਗਵਰਨਰ, ਰਾਸ਼ਟਰਪਤੀ ਨੂੰ ਤੇ ਗਵਰਨਰ ਨੂੰ 361 ਆਰਟੀਕਲ ਤਹਿਤ ਕੀ ਪ੍ਰੋਵੀਜ਼ਨ ਮਿਲਿਆ, ਲਿਖ ਲਿਓ ਤੁਸੀਂ। ਆਰਟੀਕਲ 361 ਦੇ ਤਹਿਤ ਰਾਸ਼ਟਰਪਤੀ ਤੇ ਗਵਰਨਰ ਨੂੰ ਇਸ ਅਪਵਾਦ ਦੇ ਵਿੱਚ ਹੈ ਕਿ ਜਿਵੇਂ ਆਪਾਂ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ ਕੀਤੀ, ਮਤਲਬ ਕਿ ਸਾਰੇ ਸਮਾਨ ਹੈ, ਪਰ ਇੱਥੇ ਥੋੜਾ ਜਿਹਾ ਡਿਫਰੈਂਸ ਹੈ। ਰਾਸ਼ਟਰਪਤੀ ਤੇ ਗਵਰਨਰ ਨੂੰ 361 ਆਰਟੀਕਲ ਦੇ ਤਹਿਤ ਕੀ ਮਿਲਦੀ ਸੁਰੱਖਿਆ ਕਿ ਇਹਨਾਂ ਦੇ ਖਿਲਾਫ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕ੍ਰਿਮੀਨਲ ਕੇਸ ਨਹੀਂ ਹੋ ਸਕਦਾ, ਕ੍ਰਿਮੀਨਲ ਕੇਸ ਨਹੀਂ ਹੋ ਸਕਦਾ ਇਹਨਾਂ ਦੇ ਖਿਲਾਫ। ਠੀਕ ਹੈ ਜੀ, ਵੈਸੇ ਤਾਂ ਆਪਾਂ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ ਕਰ ਰਹੇ ਹਾਂ, ਪਰ ਇੱਥੇ ਇੱਕ ਅਪਵਾਦ ਕੀ ਹੈ, ਰਾਸ਼ਟਰਪਤੀ ਦੇ ਗਵਰਨਰ ਨੂੰ 361 ਆਰਟੀਕਲ ਤਹਿਤ ਕ੍ਰਿਮੀਨਲ ਕੇਸ ਨਹੀਂ ਹੋ ਸਕਦਾ ਇਹਨਾਂ ਦੇ ਖਿਲਾਫ। ਠੀਕ ਹੈ ਜੀ, ਕ੍ਰਿਮੀਨਲ ਮਤਲਬ ਕਿ ਫੌਜਦਾਰੀ ਮੁਕੱਦਮਾ, ਫੌਜਦਾਰੀ ਮੁਕੱਦਮੇ ਤੇ ਦੀਵਾਨੀ ਮੁਕੱਦਮੇ ਦਾ ਅੰਤਰ ਪਤਾ, ਫੌਜਦਾਰੀ ਮੁਕੱਦਮਾ ਨਹੀਂ ਹੋ ਸਕਦਾ। ਇਹ ਹੁੰਦਾ ਕਿਸੇ ਵੀ ਕ੍ਰਾਈਮ ਨਾਲ ਸੰਬੰਧਿਤ ਹੁੰਦੇ ਆ ਫੌਜਦਾਰੀ, ਜਿਵੇਂ ਕਤਲ ਕਰਤਾ ਹੈ ਨਾ, ਜਾਂ ਰੇਪ ਹੋ ਗਿਆ, ਉਹ ਸਾਰੇ ਫੌਜਦਾਰੀ ਮੁਕੱਦਮੇ ਜਾ ਕੇ। ਜਿਹੜੇ ਦੀਵਾਨੀ ਮੁਕੱਦਮੇ ਹੁੰਦੇ ਆ ਉਹ ਪ੍ਰਾਪਰਟੀ ਨਾਲ ਰਿਲੇਟਡ, ਚੋਰੀ ਨਾਲ ਸੰਬੰਧਿਤ, ਉਹਨਾਂ ਨਾਲ ਸੰਬੰਧਿਤ ਹੁੰਦੇ ਆ। ਇਹਨਾਂ ਦੇ ਖਿਲਾਫ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋ ਸਕਦਾ। ਜੇਕਰ ਕੋਈ ਕ੍ਰਿਮੀਨਲ ਕੇਸ ਪਹਿਲਾਂ ਤੋਂ ਹੈ ਵੀ ਇਹਨਾਂ ਦੇ ਖਿਲਾਫ, ਤਾਂ ਉਹ ਜਦੋਂ ਤੱਕ ਇਹ ਪਦਵੀ ਤੇ ਰਹਿਣਗੇ, ਮੰਨ ਲਓ ਕਿ ਅੱਜ ਰਾਸ਼ਟਰਪਤੀ ਬਣ ਗਿਆ, ਇਹਦੇ ਖਿਲਾਫ ਕੋਈ ਵੀ ਆਪਣਾ ਕੇਸ ਹੈਗਾ, ਕ੍ਰਿਮੀਨਲ ਕੇਸ ਹੈ, ਤਾਂ ਉਹ ਜਦੋਂ ਤੱਕ ਇਹ ਪਦਵੀ ਤੱਕ ਰਹੇਗਾ 5 ਸਾਲ ਲਈ, ਤਾਂ ਉਹ ਕੇਸ ਜਿਹੜਾ ਉਹ ਸਸਪੈਂਡ ਰਹੇਗਾ। ਕਿਹੜਾ ਕੇਸ, ਕ੍ਰਿਮੀਨਲ ਕੇਸ ਹੈ। ਜੇਕਰ ਕੋਈ ਇਹ ਟਰਮ ਯਾਦ ਰੱਖਿਓ, ਜੇਕਰ ਕ੍ਰਿਮੀਨਲ ਕੇਸ ਹੈ ਤਾਂ ਉਹ ਉਨੇ ਚਿਰ ਤੱਕ, ਉਨੇ ਦੇਰ ਤੱਕ ਸਸਪੈਂਡ ਰਹੇਗਾ ਜਦੋਂ ਤੱਕ ਇਹ ਪਦਵੀ ਤੇ ਰਹੇਗਾ। ਤੇ ਜੇਕਰ ਕੋਈ ਨਵਾਂ ਕੇਸ ਕਰਨਾ ਤਾਂ ਉਹ ਇਹਨਾਂ ਤੇ ਨਹੀਂ ਹੋ ਸਕਦਾ। ਕਿਸ ਪਾਵਰ ਕਿੱਥੋਂ ਮਿਲਦੀ ਹੈ, 361 ਆਰਟੀਕਲ ਤੋਂ ਮਿਲਦੀ ਹੈ ਇਹਨਾਂ ਨੂੰ। ਠੀਕ ਹੈ ਜੀ, ਇੱਕ ਹੋਰ ਹੈ ਇਹਨਾਂ ਤੇ 105 ਆਰਟੀਕਲ ਤਹਿਤ, ਇਸ ਵਿੱਚ ਕੀ ਹੈ, ਸੰਸਦ ਦਾ ਕੋਈ ਵੀ ਮੈਂਬਰ, ਸੰਸਦ ਦਾ ਮੈਂਬਰ ਜਾਂ ਸੰਸਦੀ ਕਮੇਟੀ ਦਾ ਮੈਂਬਰ, ਸੰਸਦੀ ਕਮੇਟੀ ਦਾ ਮੈਂਬਰ, ਕੋਈ ਵੀ ਸੰਸਦ ਦਾ ਮੈਂਬਰ ਜਾਂ ਸੰਸਦੀ ਕਮੇਟੀ ਦਾ ਮੈਂਬਰ ਜੇਕਰ ਉਹ ਸੰਸਦ ਵਿੱਚ ਕੋਈ ਵੀ ਆਪਦੀ ਗੱਲ ਰੱਖਦਾ ਹੈ, ਠੀਕ ਹੈ, ਉਸ ਦੇ ਖਿਲਾਫ ਵੀ ਕੋਈ ਵੀ ਕੇਸ ਨਹੀਂ ਹੋ ਸਕਦਾ। ਠੀਕ ਹੈ, ਇਹ ਵੀ ਅਪਵਾਦ ਹੈ, ਕਿਉਂਕਿ ਜੇਕਰ ਆਪਾਂ ਦੇਸ਼ ਦੇ ਬਾਰੇ ਜਾਂ ਝੰਡੇ ਪ੍ਰਤੀ, ਰਾਸ਼ਟਰੀ ਗਾਨ ਪ੍ਰਤੀ ਕੁਝ ਗਲਤ ਬੋਲਦੇ ਤੇ ਆਪਣੇ ਤੇ 1971 ਦੇ ਐਕਟ ਤਹਿਤ ਸਜ਼ਾ ਦਾ ਪ੍ਰਾਵਧਾਨ ਹੈਗਾ, ਵਿਵਸਥਾ ਹੈਗੀ ਆ। ਪਰ ਇਹਨਾਂ ਨੂੰ ਉੱਥੇ ਵੈਸੇ ਵੀ ਇਹ ਤਾਂ ਨਹੀਂ ਬੋਲ ਸਕਦੇ, ਫਿਰ ਵੀ ਉਸ ਦੇ ਖਿਲਾਫ ਤਾਂ, ਪਰ ਜੇ ਵੀ ਕੁਝ ਇਦਾਂ ਦਾ ਬੋਲਦੇ ਵੀ ਹੈ ਜੋ ਕਿ ਮਾਨਹਾਨੀ ਹੋਵੇ, ਤਾਂ ਉਹ ਇਹਨਾਂ ਨੂੰ ਸਪੈਸ਼ਲ ਥੋੜਾ ਜਿਹਾ ਪ੍ਰੋਵੀਜ਼ਨ ਦਿੱਤਾ ਗਿਆ ਕਿ ਇਹਨਾਂ ਨੇ 105 ਆਰਟੀਕਲ ਤਹਿਤ ਇਹ ਬੋਲ ਸਕਦੇ ਆ, ਸੰਸਦ ਦੇ ਮੈਂਬਰ ਤੇ ਸੰਸਦੀ ਕਮੇਟੀ ਦੇ ਮੈਂਬਰ। ਠੀਕ ਹੈ ਜੀ, 105 ਆਰਟੀਕਲ ਦੇ ਤਹਿਤ। ਪਹਿਲਾਂ ਵਾਲਾ 361 ਦੇ ਤਹਿਤ ਰਾਸ਼ਟਰਪਤੀ ਦੇ ਗਵਰਨਰ, ਤੇ 305 ਦੇ ਤਹਿਤ ਸੰਸਦ ਦੇ ਮੈਂਬਰ ਤੇ ਸੰਸਦੀ ਕਮੇਟੀ ਦੇ ਮੈਂਬਰ। ਠੀਕ ਹੈ ਜੀ, ਤੇ ਇੱਕੋ ਹੁੰਦੇ ਨੇ ਆਪਣੇ, ਜੇ ਪਹਿਲਾਂ ਆਪਾਂ ਕ੍ਰਿਮੀਨਲ ਕੇਸ ਦੀ ਗੱਲ ਕੀਤੀ ਸੀਗੀ, ਜੇਕਰ ਰਾਸ਼ਟਰਪਤੀ ਜਾਂ ਗਵਰਨਰ ਤੇ, ਰਾਸ਼ਟਰਪਤੀ ਜਾਂ ਗਵਰਨਰ ਤੇ ਕੋਈ ਵੀ ਤਰ੍ਹਾਂ ਦੀਵਾਨੀ ਮੁਕੱਦਮਾ ਕਰਨਾ ਹੈ, ਕ੍ਰਿਮੀਨਲ ਕੇਸ ਤਾਂ ਹੋ ਹੀ ਨਹੀਂ ਸਕਦਾ, ਉਹਦਾ ਨਿਬੜ ਗਈ ਗੱਲ ਜਮੀ। ਜੇਕਰ ਦੀਵਾਨੀ ਮੁਕੱਦਮਾ ਕਰਨਾ ਹੈ ਤਾਂ 2 ਮਹੀਨੇ ਪਹਿਲਾਂ ਦੀ ਪ੍ਰੀ ਨੋਟਿਸ ਦੇਣਾ ਪਊਗਾ, 2 ਮੰਥ ਪਹਿਲਾਂ ਦਾ ਪ੍ਰੀ ਨੋਟਿਸ ਦੇਣਾ ਪੈਂਦਾ ਜੀ। ਇਹ ਯਾਦ ਰੱਖਿਓ ਤੁਸੀਂ, ਪ੍ਰੀ ਨੋਟਿਸ ਕਿੰਨੇ ਦਿਨ ਪਹਿਲਾਂ ਦਾ ਪ੍ਰੀ ਨੋਟਿਸ ਦੇਣਾ ਪੈਂਦਾ, 2 ਮੰਥ ਪਹਿਲਾਂ ਦਾ। ਦੀਵਾਨੀ ਮੁਕੱਦਮਾ ਮਤਲਬ ਕਿ ਪ੍ਰਾਪਰਟੀ ਨਾਲ ਰਿਲੇਟਡ ਜਾਂ ਜਿਹੜਾ ਵੀ ਹੁੰਦਾ ਪ੍ਰਾਪਰਟੀ ਨਾਲ ਰਿਲੇਟਡ ਹੁੰਦਾ ਜ਼ਿਆਦਾਤਰ। ਠੀਕ ਹੈ ਜੀ, 2 ਮਹੀਨੇ ਪਹਿਲਾਂ ਆਪਾਂ ਨੂੰ ਕੀ ਕਰਨਾ ਪਊਗਾ, ਉਸ ਦੇ ਬਾਰੇ ਨੋਟਿਸ ਦੇਣਾ ਪਊਗਾ, ਫਿਰ ਹੀ ਆਪਾਂ ਕੇਸ ਕਰ ਸਕਦੇ ਹਾਂ। ਠੀਕ ਹੈ ਜੀ, ਤੇ 3 ਪੁਆਇੰਟ ਹੋ ਗਏ। ਪਹਿਲਾ ਹੋ ਗਿਆ 361 ਆਰਟੀਕਲ, ਰਾਸ਼ਟਰਪਤੀ ਤੇ ਗਵਰਨਰ ਦੇ ਖਿਲਾਫ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋ ਸਕਦਾ। ਜੇਕਰ ਪਹਿਲਾਂ ਦਾ ਕੋਈ ਕ੍ਰਿਮੀਨਲ ਕੇਸ ਹੈ ਵੀ ਤਾਂ ਉਹਨਾਂ ਦੇ ਪਦਵੀ ਤੇ ਰਹਿਣ ਤੱਕ ਉਹ ਸਸਪੈਂਡ ਹੋ ਜਾਂਦਾ ਹੈ। ਸੈਕੰਡ, 105 ਆਰਟੀਕਲ ਦੇ ਤਹਿਤ ਜਿਹੜੇ ਸੰਸਦ ਦੇ ਮੈਂਬਰ ਹੈ ਜਾਂ ਸੰਸਦੀ ਕਮੇਟੀ ਦੇ ਮੈਂਬਰ ਹੈ, ਉਹਨਾਂ ਦੇ ਖਿਲਾਫ ਉਹ ਜੇ ਕੁਛ ਬੋਲਦੇ ਤਾਂ ਉਹ ਕੋਰਟ ਦੇ ਵਿੱਚ ਜਵਾਬ ਦੇਣੀ ਹੈ ਉਸ ਦੇ ਖਿਲਾਫ। ਠੀਕ ਹੈ ਜੀ, ਉਹਨਾਂ ਨੂੰ ਕੋਈ ਉਸ ਦੀ ਜਵਾਬਦੇਹੀ ਨਹੀਂ ਦੇਣੀ ਹੁੰਦੀ। ਠੀਕ ਹੈ, ਥਰਡ ਆ ਗਿਆ ਆਪਣਾ
ਇਹਨਾਂ ਦੇ ਖਿਲਾਫ ਜੇਕਰ ਆਪਾਂ ਕੋਈ ਦੀਵਾਨੀ ਮੁਕੱਦਮਾ ਕਰਨਾ ਵੀ ਹੈ ਰਾਸ਼ਟਰਪਤੀ ਗਵਰਨਰ ਦੇ ਖਿਲਾਫ, ਤਾਂ ਉਹ 2 ਮੰਥ ਪਹਿਲਾਂ ਦਾ ਪ੍ਰੀ ਨੋਟਿਸ ਦੇਣਾ ਪਵੇਗਾ। ਠੀਕ ਹੈ। ਜਿਹੜੇ ਆਪਣੇ ਹੁੰਦੇ ਅੰਬੈਸਡਰ ਹੁੰਦੇ ਆ, ਰਾਜਦੂਤ, ਜਿਵੇਂ ਭਾਰਤ ਦੇ ਰਾਜਦੂਤ ਵੀ ਬਾਹਰ ਜਾਂਦੇ ਆ, ਹੁਣ ਆਪਣਾ ਕੈਨੇਡਾ ਦਾ ਤੇ ਭਾਰਤ ਦਾ ਮੁੱਦਾ ਵਖਾਇਆ, ਰਾਜਦੂਤਾਂ ਨੂੰ ਉਹ ਕਰਤਾ ਸੀਗਾ ਨਾ ਵਾਪਸ ਭੇਜਤਾ। ਜੇਕਰ ਰਾਜਦੂਤ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਕਿ ਮਤਲਬ ਕਿ ਜਿਹੜੇ ਕਿ ਆਪਣੇ ਸੰਵਿਧਾਨ ਦੇ ਮੁਤਾਬਕ ਨਹੀਂ ਹੈ, ਇਸ ਤਰ੍ਹਾਂ ਕਰਤਾ, ਤਾਂ ਉਸ ਤੇ ਵੀ ਕੋਈ ਵੀ ਕੇਸ ਨਹੀਂ ਹੋਏਗਾ, ਉਸ ਤੇ ਕੋਈ ਕੇਸ ਨਹੀਂ ਹੁੰਦਾ, ਬਲਕਿ ਉਹਨੂੰ ਉਸਦੀ ਪੇਰੈਂਟ ਜਿਹੜੀ ਕੰਟਰੀ ਉੱਥੇ ਭੇਜ ਦਿੱਤਾ ਜਾਂਦਾ। ਠੀਕ ਹੈ। ਬਾਕੀ ਉਹ ਪੇਰੈਂਟ ਕੰਟਰੀ ਦੇਖਦੀ ਹੈ ਉਹਨਾਂ ਦੇ ਵੀ ਉਹਦੇ ਲਈ ਕੀ ਉਹਦੇ ਲਈ ਪ੍ਰਾਵਧਾਨ ਵਿਵਸਥਾ ਕਰਨੀ ਹੈ। ਮਤਲਬ ਕਿ ਆਪਣੇ ਰਾਜਦੂਤਾਂ ਪ੍ਰਤੀ ਵੀ ਕੋਈ ਵੀ ਕੇਸ ਨਹੀਂ ਹੋ ਸਕਦਾ। ਇਹ 4 ਪੁਆਇੰਟ ਯਾਦ ਰੱਖਿਓ, ਇਹਦੇ ਅਪਵਾਦ ਦੇ ਵਿੱਚ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ ਵਾਲੇ। ਠੀਕ ਹੈ। ਪਹਿਲਾਂ ਰਾਸ਼ਟਰਪਤੀ ਤੇ ਗਵਰਨਰ ਦੇ, ਫਿਰ ਆਪਣੇ ਸੰਸਦੀ ਮੈਂਬਰ, ਥਰਡਲੀ ਆਪਣੇ ਰਾਜਦੂਤ ਜਿਹੜੇ ਹੁੰਦੇ ਆ ਆਉਂਦੇ। ਠੀਕ ਹੈ ਜੀ। ਅੱਗੇ ਆਪਣੀ ਦੂਸਰੀ ਟਰਮ ਸੀਗੀ, ਦੂਸਰੀ ਟਰਮ ਕੀ ਸੀਗੀ ਆਪਣੀ ਸੀ ਕਾਨੂੰਨ ਦੇ ਬਰਾਬਰ ਸੁਰੱਖਿਆ। ਕਾਨੂੰਨ ਦੀ ਬਰਾਬਰ ਸੁਰੱਖਿਆ, ਕਾਨੂੰਨ ਦੀ ਬਰਾਬਰ ਸੁਰੱਖਿਆ। ਬਸ ਇਹਨਾਂ ਤੁਸੀਂ ਨੋਟਸ ਬਣਾਈ ਜਾਓ ਤੇ ਧਿਆਨ ਨਾਲ ਸੁਣੀ ਜਾਓ। ਇਹਨਾਂ ਆਪਣੇ ਇਸ ਜਿਹੜਾ ਆਪਣਾ ਕੰਟੈਂਟ ਹੈ ਤੋਂ ਬਾਹਰ ਕੋਈ ਕੁਐਸਚਨ ਨਹੀਂ ਜਾਊਗਾ, ਆਪਣੇ ਸਟੇਟ ਐਗਜ਼ਾਮ ਦਾ ਕੋਈ ਵੀ ਨਹੀਂ ਜਾਊਗਾ। ਠੀਕ ਹੈ ਜੀ। ਇਸ ਦੇ ਵਿੱਚ ਕੀ ਹੈ, ਕਾਨੂੰਨ ਦੀ ਬਰਾਬਰ ਸੁਰੱਖਿਆ ਦੇ ਵਿੱਚ ਕੀ ਵਾਜਬ ਵਰਗੀਕਰਨ ਕੀਤਾ ਜਾਂਦਾ ਹੈ। ਪਹਿਲੇ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਸਾਰੇ ਸਮਾਨਤਾ, ਸਮਾਨ ਕਾਨੂੰਨ ਦੇ ਸਾਹਮਣੇ ਸਭ ਸਮਾਨ ਹੈ। ਇਸ ਵਿੱਚ ਕੀ ਕੀਤਾ ਜਾਂਦਾ, ਕੁਛ ਵਾਜਬ ਵਰਗੀਕਰਨ ਕੀਤਾ ਜਾਂਦਾ ਹੈ। ਜਿਵੇਂ ਕਿ ਆਪਣੀ ਇਨਕਮ ਟੈਕਸ ਸਲੈਬਸ ਹੁੰਦੇ ਆ ਨਾ, ਕਿ 2.5 ਲੱਖ ਤੱਕ, ਜੇ 2.5 ਲੱਖ ਤੋਂ ਪਲੱਸ ਤਨਖਾਹ ਤਾਂ ਇੰਨਾ ਟੈਕਸ ਦੇਣਾ ਹੋਊਗਾ, ਜੇ 5 ਲੱਖ ਤੋਂ ਉੱਪਰ ਤਾਂ ਇੰਨਾ ਟੈਕਸ ਦੇਣਾ ਹੋਊਗਾ। ਉਹ ਅਲੱਗ ਅਲੱਗ ਸਲੈਬਸ ਬਣੀ ਹੋਈ ਨਾ ਟੈਕਸ ਦੀ, ਉਸੇ ਤਰੀਕੇ ਨਾਲ ਵਾਜਬ ਵਰਗੀਕਰਨ। ਜਿਵੇਂ ਕਿ 18 ਸਾਲ ਤੋਂ ਘੱਟ ਦਾ, ਜੇ ਕੋਈ ਏਜ ਤੋਂ ਘੱਟ ਦਾ ਕੋਈ ਬੰਦਾ ਕਲੇਮ ਕਾਇਮ ਕਰਦਾ, ਬੱਚਾ ਕਲੇਮ ਕਰਦਾ, ਉਹਦੇ ਲਈ ਸਜ਼ਾ ਵੱਖਰੀ ਹੈ। 18 ਪਲੱਸ ਤੋਂ ਪਲੱਸ ਕਰਦਾ ਤਾਂ ਉਹਦੇ ਲਈ ਸਜ਼ਾ ਵੱਖਰੀ। ਇਸ ਲਈ ਵਾਜਬ ਤੇ ਤਰਕਸ਼ੀਲ ਵਰਗੀਕਰਨ ਦੀ ਗੱਲ ਕਰਦਾ। ਠੀਕ ਹੈ ਜੀ। ਇਹ ਆਪਾਂ ਅਮਰੀਕਾ ਤੋਂ ਲਿਆ ਜੀ, ਇਹ ਟਰਮ ਆਪਾਂ ਕਿੱਥੋਂ ਲਈ ਹੈ, ਅਮਰੀਕਾ ਤੋਂ ਲਈ ਹੈ ਜੀ। ਠੀਕ ਹੈ ਜੀ। ਇਸ ਵਿੱਚ ਕੀ ਹੈ, ਮਤਲਬ ਕਿ ਇੱਕ ਸਮਾਨ ਜਿਹੜੇ ਮਤਲਬ ਕਿ ਕਿਸੇ ਦੀ ਪਰਿਸਥਿਤੀ ਇੱਕ ਸਮਾਨ ਹੈ। ਜਿਵੇਂ ਮੰਨ ਲਓ ਕਿਸੇ ਗਰੀਬ ਬੰਦੇ ਨੇ ਅੰਬਾਨੀ ਖਿਲਾਫ ਕੇਸ ਕਰਤਾ, ਅੰਬਾਨੀ ਕਿੱਥੇ, ਗਰੀਬ ਕਿੱਥੇ, ਹੈ ਫਰਕ ਹੈ ਨਾ। ਉਸ ਹਿਸਾਬ ਨਾਲ ਪਰਿਸਥਿਤੀ ਅਸਮਾਨ ਪਰਿਸਥਿਤੀ ਵਾਲੇ ਨਾਲ ਉਹ ਉਸ ਤਰ੍ਹਾਂ ਦਾ ਹੋਵੇ, ਤੇ ਜਿਹੜਾ ਸਮਾਨ ਪਰਿਸਥਿਤੀ ਵਾਲੇ ਨੂੰ ਸਮਾਨ ਹੋਗਾ। ਠੀਕ ਹੈ। ਥੋੜਾ ਜਿਹਾ ਵਾਜਬ ਵਰਗੀਕਰਨ ਦੀ ਗੱਲ ਕਰਦਾ, ਤਰਕਸ਼ੀਲ ਭੇਦਭਾਵ ਦੀ ਗੱਲ ਕਰਦਾ ਹੈ। ਐਵੇਂ ਨਹੀਂ ਹੋਊਗਾ ਵੀ ਐਵੇਂ ਭੇਦਭਾਵ ਹੋਊਗਾ, ਤਰਕਸ਼ੀਲ ਭੇਦਭਾਵ ਹੁੰਦਾ। ਠੀਕ ਹੈ। ਇਸ ਵਿੱਚ ਮਤਲਬ ਕਿ ਜਿਵੇਂ ਹੁਣ ਆਪਾਂ ਔਰਤਾਂ ਨੂੰ ਵੀ ਪਰਮਿਸ਼ਨ ਦਿੰਦੇ ਆ ਕੁਛ ਨਾ ਕੁਛ, ਤੇ ਪਰ ਉੱਥੇ ਉਹ ਕਿਉਂ ਦਿੰਦੇ, ਕਿਉਂਕਿ ਉਹਨਾਂ ਦੀ ਸਮੂਲੀਅਤ ਨੂੰ ਕਰਨ ਲਈ, SC ST ਨੂੰ ਜਿਸ ਤਰ੍ਹਾਂ ਮਿਲਦੀ ਹੈ ਸਮੂਲੀਅਤ ਹੈ ਨਾ, ਵਿਵਸਥਾ ਕੀਤੀ ਉਸ ਤਰੀਕੇ ਨਾਲ। ਇਹ ਤਰਕਸ਼ੀਲ ਭੇਦਭਾਵ ਦੀ ਗੱਲ ਕਰਦਾ। ਠੀਕ ਹੈ। ਇਹ ਆਪਾਂ ਅਮਰੀਕਾ ਤੋਂ ਟਰਮ ਲਈ ਹੈ। ਠੀਕ ਹੈ। ਬਸ ਇਹਦੇ ਲਈ ਨਹੀਂ ਯਾਦ ਰੱਖਣਾ। ਅੱਗੇ ਆ ਗਿਆ ਆਰਟੀਕਲ 15 ਆਪਣਾ, ਆਰਟੀਕਲ 15। ਇਸ ਵਿੱਚ ਵਿਤਕਰੇ ਦੀ ਮਨਾਹੀ, ਵਿਤਕਰੇ ਦੀ ਮਨਾਹੀ, ਵਿਤਕਰੇ ਦੀ ਮਨਾਹੀ ਕਰ ਮਤਲਬ ਕਿ ਸਮਾਜਿਕ ਸਮਾਨਤਾ ਦੀ ਗੱਲ ਕੀਤੀ ਗਈ। ਇਸ ਵਿੱਚ ਸਮਾਜਿਕ ਸਮਾਨਤਾ ਦਾ ਅਧਿਕਾਰ, ਸਮਾਜਿਕ ਸਮਾਨਤਾ ਦਾ ਅਧਿਕਾਰ ਜੀ। ਜੇ ਇਸਨੂੰ ਇੱਕ ਸਟੋਰੀ ਟਾਈਪ ਲਿਖ ਕੇ ਨਾ, ਪਹਿਲਾਂ ਤਾਂ ਸਿਰਫ ਕੀ ਆਉਂਦਾ ਸੀਗਾ, ਜਿਵੇਂ ਆ ਗਿਆ ਵੀ ਆਰਟੀਕਲ 15 ਕਿਸ ਨਾਲ ਸੰਬੰਧਿਤ ਹੈ, ਆਪਸ਼ਨ ਪਾ ਦੇਣਗੇ ਵਿਤਕਰੇ ਦੀ ਮਨਾਹੀ। ਠੀਕ ਹੈ। ਸੁਤੰਤਰਤਾ ਦਾ ਅਧਿਕਾਰ ਜਾਂ ਸ਼ੋਸ਼ਣ ਵਿਰੁੱਧ, ਇਸ ਤਰ੍ਹਾਂ ਆਪਸ਼ਨ ਆ ਜਾਂਦੇ। ਹੁਣ ਇਹਨਾਂ ਦੀ ਜਿਹੜੀ ਸਬ ਕਲਾਸ ਹੁੰਦੀ ਹੈ, ਜਿਵੇਂ 15 ਦੀ ਕਲਾਉਜ਼ ਆ ਗਈ, ਸਬ ਕਲਾਉਜ਼ ਆ ਗਈ 1, 15 ਦੀ ਕਲਾਉਜ਼ 2, ਉਸ ਤਰ੍ਹਾਂ ਵੀ ਅੱਗੇ ਵੀ ਕੁਐਸਚਨ ਆਉਣ ਲੱਗ ਗਏ ਕਿਉਂਕਿ ਕੰਪੀਟੀਸ਼ਨ ਟਫ ਹੋ ਰਿਹਾ ਨਾ। ਇਸ ਤਰ੍ਹਾਂ ਆਪਾਂ ਉਹਨਾਂ ਦੀ ਜਿਹੜੀ ਕਲਾਉਜ਼ ਆ ਉਹ ਵੀ ਕਰਾਂਗੇ। ਠੀਕ ਹੈ। ਵੈਸੇ ਨਾਰਮਲੀ ਯਾਦ ਰੱਖਣ ਕਿ 15 ਆਰਟੀਕਲ ਵਿਤਕਰੇ ਦੀ ਮਨਾਹੀ ਖਿਲਾਫ ਹੈ, ਸਮਾਜਿਕ ਸਮਾਨਤਾ ਦਾ ਅਧਿਕਾਰ ਇਸ ਦੇ ਵਿੱਚੋਂ ਮਿਲਦਾ ਆਪਾਂ ਨੂੰ। ਅੱਗੇ ਇਸ ਦੀ ਜਿਹੜੀਆਂ ਅੱਗੇ ਜਿਹੜਾ ਇਸ ਦਾ ਭਾਗਾਂ 'ਚ ਵੰਡਿਆ ਗਿਆ 15 1, 15 2, ਉਹਨਾਂ ਨੂੰ ਆਪਾਂ ਦੇਖਦੇ ਹਾਂ। ਠੀਕ ਹੈ ਜੀ। ਇੱਕ ਸਟੋਰੀ ਟਾਈਪ ਹੀ ਯਾਦ ਕਰਾਂਗੇ ਆਪਾਂ ਉਸ ਨੂੰ। ਪਹਿਲਾ ਕੀ ਹੈ, ਨਸਲ, ਧਰਮ, ਜਾਤ, ਸੈਕਸ ਜਾਂ ਜਗ੍ਹਾ, ਇਸ ਦੇ ਆਧਾਰ ਤੇ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਹੋਵੇਗਾ। ਦੇ ਆਧਾਰ ਤੇ ਵਿਤਕਰਾ ਨਹੀਂ, ਕਿੱਥੇ ਨਹੀਂ, ਸਰਵਜਨਕ ਥਾਵਾਂ, ਸਰਵਜਨਕ ਥਾਵਾਂ ਜਿਵੇਂ ਕਿ ਹੋਟਲ, ਦੁਕਾਨਾਂ ਆਦਿ ਤੇ ਵਿਤਕਰਾ ਨਹੀਂ ਹੋਵੇਗਾ। ਠੀਕ ਹੈ। ਪਰ ਔਰਤਾਂ ਤੇ ਬੱਚਿਆਂ ਲਈ
स्पैशल व्यवस्था की जा सकती है, स्पैशल व्यवस्था की जा सकती है। ठीक है जी। इस तो बाद आ जाऊगा समाजिक ते सिक्ख्यक रूप ते समाजिक ਅਤੇ ਸਿੱਖਿਅਕ रूप तो पछड़े SC ST ਲਈ ਵੀ ਕੀਤਾ ਜਾ ਸਕਦਾ ਹੈ। SC ST ਲਈ स्पैशल व्यवस्था ਲਈ स्पैशल व्यवस्था। ठीक है जी। अगे होर ये भी हो गया। अगे जी सिक्ख्यक संस्थावां विच SC ST ਲਈ व्यवस्था। ठीक है जी। फिर आ जाऊगा EWS ਲਈ सिक्ख्यक संस्थावां विच व्यवस्था। इस तरीके नाल पहला नस्ल धर्म जात जगह या सैक्स के आधार पर वितकरा नहीं हो सकता। सैकंड समाजिक थावां ते नहीं हो कित्थे नहीं हो सकता, समाजिक थावां होटल दुकानां आदि पर औरतों के बच्चों की स्पैशल व्यवस्था की जा सकती है। समाजिक ते सिक्ख्यक रूप से पछड़े SC ST ਲਈ स्पैशल प्रोविजन, सिक्ख्यक संस्थावां विच SC ST ਲਈ व्यवस्था, फिर EWS ਲਈ सिक्ख्यक संस्थावां विच व्यवस्था। हुण इस नूं तुसीं की करना है, सिंपली ये 15 की एक क्लॉज होगी, ये वाली होगी 15 की 2 क्लॉज, 15 की 3 क्लॉज, 15 की 4, 5 यह 15 की 6। इस कितनी क्लॉज है, सब क्लॉज है 6 क्लॉज है। ठीक है जी। इवें तुसीं स्टोरी टैब याद रख लियो कि नस्ल धर्म जात सैक्स या जगह के आधार पर वितकरा नहीं हो सकता। कित्थे सार्वजनिक थावां ते होटलां दुकानां आदि पर बच्चों ते औरतों की स्पैशल व्यवस्था की जा सकती है। सिक्ख्यक ते समाजिक रूप च SC ST जो पिछड़े हुए उन्हां दी व्यवस्था हो सकती है। उन्हां लई सिक्ख्या के खेत्रां विच SC ST की व्यवस्था हैगी है, EWS ਲਈ भी सिक्ख्यक संस्थावां च व्यवस्था हैगी है जी। ठीक है जी। एक थोड़ा ज्यादा 15/4 जिहड़ा पहले भी करते हैं, पहला 1/15 ये किहनूं कहंदा है, ये राज नूं आदेश दिंदा है। जिहड़ा 15/1 क्लॉज है ये राज नूं आदेश दिंदा है। जिहड़ा 15/2 है ये राज ते व्यक्ति दोवां नूं आदेश दिंदा जी। ठीक है, ये याद रखियो। 15/1 आर्टिकल राज नूं आदेश दिंदा है। राज नूं की कहंदा है भी भाई तू नस्ल धर्म जात जगह के आधार पर वितकरा नहीं करना। दूसरा जिहड़ा वो राज ते व्यक्ति दोनों नूं कहंदा है भी तू सार्वजनिक थावां ते होटल ते दुकानां ते इन्हां दे आधार ते कोई भी वितकरा नहीं होगा। ठीक है जी। जिहड़ा 15/4 है ये वाला अपना ये आपां शामिल किया सी पहली अमेंडमेंट फास्ट शोध 1952 में। ठीक है जी। पहली अमेंडमेंट 1952 ऐड किया गया। जिहड़ा 15/5 है सिक्ख्यक संस्थावां च ST ST नूं जिहड़ी व्यवस्था मिलती है ये कीता सीगा आपां 93 अमेंड 2005 दे ये चेते रख लियो 1952 2005 ते EWS साल तो अपन सारा नहीं पता है 103 अमेंडमेंट शोध 103 2019 के विच। ठीक है जी। ये याद रख लियो। पहला जिहड़ा वो राज नूं आदेश दिंदा, दूसरी क्लॉज जिहड़ी राज ते व्यक्ति नूं। जिहड़ा 15/4 वो फस्ट शोध विच कीता गया आपां 15/5 93 राई ते 15/6 103 राई। ठीक है जी। ये पूरा दे पूरा अपना 15वां आर्टिकल हो गया जिहड़े जिस विच की 6 सब क्लॉज थी। ठीक है जी। अगे करते हैं आपां 16वां आर्टिकल। आर्टिकल 16 जी आर्टिकल 16 अवसर की समानता की गल करता है। अवसर की समानता कित्थे गवर्नमेंट सैक्टर विच इक्वलिटी पब्लिक एम्प्लॉयमेंट कादी गल करता है अवसर की समानता कि जो भी पब्लिक एम्प्लॉयमेंट होणगे उस विच सब नूं समानता दित्ती जाएगी। ठीक है। इसदी भी अगे काफ़ी क्लॉज है 6 क्लॉज ही इसदे है जी। पहले विच उही लिखा होया 16/1 की किया गया कि नस्ल रेस कास्ट सैक्स प्लेस ऑफ बर्थ के आधार पर किसी प्रकार की वितकरा नहीं किया जाएगा। एक क्लॉज 1
ਤੇ 2 ਦੇ ਵਿੱਚ ਇਹ ਲਿਖਿਆ ਗਿਆ ਕਿ ਉਹ ਜਿਹੜੇ 5 ਤੱਤ ਹੈ ਉਹਨਾਂ ਦੇ ਆਧਾਰ ਤੇ ਨੌਕਰੀ ਦੇਣ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਗਾ ਕਿਸੇ ਨਾਲ। ਠੀਕ ਹੈ ਜੀ। ਉਸ ਬਾਰੇ ਲਿਖਿਆ ਗਿਆ। ਜਿਹੜਾ 16 ਇਸ ਵਿੱਚ ਬਸ ਇੰਨਾ ਹੀ ਯਾਦ ਰੱਖਣਾ ਤੁਸੀਂ, ਇੰਪੋਰਟੈਂਟ ਜ਼ਿਆਦਾ ਨਹੀਂ ਹੈ। 16(3) ਥੋੜਾ ਜਿਹਾ ਇੰਪੋਰਟੈਂਟ ਹੈ ਜੀ, ਕਿਉਂਕਿ ਇਸ ਵਿੱਚ ਧਰਤੀ ਪੁੱਤਰ ਦੀ ਧਾਰਨਾ, ਧਰਤੀ ਪੁੱਤਰ ਦੀ ਧਾਰਨਾ, ਇਹ ਕੁਐਸਚਨ ਵੀ ਆਇਆ ਵੀ ਧਰਤੀ ਪੁੱਤਰ ਦੀ ਧਾਰਨਾ ਕਿਹੜੇ ਆਰਟੀਕਲ ਤਹਿਤ ਹੈ? 16(3) ਸਬ ਕਲੋਜ਼ 16 ਆਰਟੀਕਲ ਦੀ ਸਬ ਕਲੋਜ਼ 3 ਦੇ ਤਹਿਤ ਦਿੱਤੀ ਗਈ ਧਰਤੀ ਪੁੱਤਰ ਦੀ ਸਥਾਪਨਾ। ਇਹ 7ਵੀਂ ਅਮੈਂਡਮੈਂਟ ਰਾਹੀਂ ਐਡ ਕੀਤਾ ਗਿਆ, 7th ਸ਼ੋਧ 1956 ਦੇ ਤਹਿਤ ਇਸ ਨੂੰ ਐਡ ਕੀਤਾ ਗਿਆ ਸੀਗਾ। ਇਸ ਵਿੱਚ ਕੀ ਕਿਹਾ ਗਿਆ? ਪਹਿਲੇ ਤੇ ਦੂਜੇ ਉਸ ਵਿੱਚ ਕੀ ਕਹਿਤਾ? ਧਰਮ, ਜਾਤ, ਜਗ੍ਹਾ ਦੇ ਆਧਾਰ ਤੇ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਹੋਵੇਗਾ। ਇਸ ਵਿੱਚ ਕੀ ਕਹੇਗਾ ਵੀ ਜਗ੍ਹਾ ਦੇ ਆਧਾਰ ਤੇ, ਜਗ੍ਹਾ ਦੇ ਆਧਾਰ ਤੇ ਖੇਤਰ ਦੇ ਆਧਾਰ ਤੇ ਜਿਸ ਯੋਗਤਾ ਬਣਾਉਣ ਲਈ ਸਰਕਾਰੀ ਨੌਕਰੀ ਵਿੱਚ ਹੋ ਸਕਦਾ। ਠੀਕ ਹੈ, ਵਿਵਸਥਾ ਕੀਤੀ ਜਾ ਸਕਦੀ ਹੈ ਜਗ੍ਹਾ ਦੇ ਆਧਾਰ ਤੇ। ਆ ਗਿਆ ਨਾ ਧਰਤੀ ਪੁੱਤਰ ਦੀ ਧਾਰਨਾ, ਉਹ ਤੋਂ ਬਾਅਦ ਲੱਗਦਾ ਹੈ ਕਿ ਜਗ੍ਹਾ ਦੇ ਆਧਾਰ ਤੇ ਯੋਗਤਾ ਬਣਾਉਣ ਲਈ ਥੋੜੀ ਜਿਹੀ ਵਿਵਸਥਾ ਕੀਤੀ ਜਾ ਸਕਦੀ ਹੈ। ਇਹ ਇਸੇ ਆਰਟੀਕਲ ਦਾ ਅਪਵਾਦ ਹੋ ਗਿਆ, ਮਤਲਬ ਕਿ ਸਮਝ ਲਓ ਕੀ ਹੋ ਗਿਆ? ਅਪਵਾਦ ਹੈ ਜੀ, ਕਿਉਂਕਿ ਉਸ ਵਿੱਚ ਕਹਿਤਾ ਵੀ ਨਹੀਂ ਹੋ ਸਕਦਾ, ਅਗਲੇ ਆਰਟੀਕਲ 'ਚ ਕਹਿਤਾ ਕਿ ਵੀ ਹੋ ਸਕਦਾ। ਜਗ੍ਹਾ ਦੇ ਆਧਾਰ ਤੇ ਥੋੜਾ ਜਿਹਾ ਆਪਾਂ ਵਿਵਸਥਾ ਕਰ ਸਕਦੇ ਹਾਂ ਯੋਗਤਾ ਬਣਾਉਣ ਲਈ, ਕੁਝ ਵੀ ਲਿਖਤਾ ਨਾ। ਇਹਨਾਂ ਯਾਦ ਰੱਖਿਓ ਕਿ ਇਸ ਵਿੱਚ ਧਰਤੀ ਪੁੱਤਰ ਦੀ ਧਾਰਨਾ 7ਵੀਂ ਅਮੈਂਡਮੈਂਟ ਰਾਹੀਂ ਜੋੜਿਆ ਗਿਆ 1956 'ਚ, ਤੇ ਜਗ੍ਹਾ ਦੇ ਆਧਾਰ ਤੇ ਯੋਗਤਾ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ 16(3) ਦੀ। ਅੱਗੇ ਕਰਦੇ ਆਪਾਂ 16(4). ਠੀਕ ਹੈ ਜੀ। 16(4) 'ਚ ਕੀ ਕੀਤਾ ਗਿਆ? ਆਪਣਾ ਇਹਨੂੰ ਐਡ ਕੀਤਾ ਗਿਆ ਸੀਗਾ, ਇਹ ਸਮਾਜਿਕ ਅਤੇ ਆਰਥਿਕ, ਇਹ ਯਾਦ ਰੱਖਿਓ, ਸਮਾਜਿਕ ਤੇ ਆਰਥਿਕ ਲਿਖਿਆ ਹੋਇਆ ਇਸ ਵਿੱਚ। ਠੀਕ ਹੈ, ਸਮਾਜਿਕ ਅਤੇ ਆਰਥਿਕ ਰੂਪ ਤੋਂ ਪਛੜੇ ਵਰਗਾਂ ਲਈ ਨੌਕਰੀਆਂ ਵਿੱਚ ਰਿਪਰੈਜ਼ੈਂਟੇਸ਼ਨ ਦੇਣ ਲਈ। ਠੀਕ ਹੈ, ਸਮਾਜਿਕ ਤੇ ਆਰਥਿਕ ਪਛੜੇ ਲੋਕਾਂ ਲਈ ਕਿਹੜੇ ਲੋਕਾਂ ਲਈ? ਜਿਹੜੇ ਕਿ ਪਛੜੇ ਹੋਏ ਆ ਕਾਹਦੇ ਤੋਂ? ਸਮਾਜਿਕ ਤੇ ਆਰਥਿਕ ਦੇ ਵਿੱਚ ਪਛੜੇ ਲੋਕਾਂ ਨੂੰ ਨੌਕਰੀਆਂ ਵਿੱਚ ਪ੍ਰੈਜ਼ੈਂਟ ਕਰਨ ਲਈ। ਠੀਕ ਹੈ ਜੀ, ਵਿਵਸਥਾ ਕੀਤੀ ਜਾ ਸਕਦੀ। ਮੋਸਟ ਇੰਪੋਰਟੈਂਟ ਰਿਜ਼ਰਵੇਸ਼ਨ ਪਾਲਿਸੀ, ਜਿਹੜੀ ਆਪਾਂ ਨੂੰ ਹੁਣ ਜੌਬਸ ਵਿੱਚ ਰਿਜ਼ਰਵੇਸ਼ਨ ਮਿਲਦੀ ਹੈ, ਉਹ ਕਿੱਥੋਂ ਮਿਲਦੀ ਹੈ ਆਪਾਂ ਨੂੰ? ਆਰਟੀਕਲ 16(4) ਤੋਂ। ਇਸ ਤੋਂ ਪਹਿਲਾਂ ਕਿਸੇ ਵੀ ਆਰਟੀਕਲ ਵਿੱਚ ਰਿਜ਼ਰਵੇਸ਼ਨ ਦੀ ਗੱਲ ਨਹੀਂ ਕੀਤੀ ਗਈ। ਰਿਜ਼ਰਵੇਸ਼ਨ ਦੀ ਗੱਲ ਕਿਹਦੇ 'ਚ ਮਿਲਦੀ ਹੈ? ਰਿਜ਼ਰਵੇਸ਼ਨ ਗੱਲ ਮਿਲਦੀ ਹੈ ਆਪਾਂ ਨੂੰ 16(4) ਦੇ ਵਿੱਚ। ਇਹ ਯਾਦ ਰੱਖਿਓ, ਕਈ ਵਾਰੀ ਕੁਐਸਚਨ ਆਇਆ ਹੈ ਤੇ ਇੰਪੋਰਟੈਂਟ ਵੀ ਹੈ, ਆਪਾਂ ਦੇਖ ਹੀ ਰਹੇ ਹਾਂ। ਠੀਕ ਹੈ ਜੀ। ਜਿਹੜੇ ਕਿ ਸਮਾਜਿਕ ਤੇ ਆਰਥਿਕ ਰੂਪ ਵਿੱਚ ਪਛੜੇ ਲੋਕ ਹੈ, ਜੋ ਕਿ ਆਪਣੇ ਆਪ ਨੂੰ ਸਰਕਾਰੀ ਨੌਕਰੀਆਂ ਵਿੱਚ ਰਿਪਰੈਜ਼ੈਂਟ ਨਹੀਂ ਕਰ ਪਾ ਰਹੇ, ਉਹਨਾਂ ਦੇ ਲਈ ਵਿਵਸਥਾ ਕਰਦਾ ਹੈ, ਉਹਨਾਂ ਲਈ ਰਿਜ਼ਰਵੇਸ਼ਨ ਦੀ ਵਿਵਸਥਾ ਕਰਦਾ। ਕਿਹੜਾ ਆਰਟੀਕਲ? ਆਰਟੀਕਲ 16(4) ਜੀ। ਜੇ ਸਿੱਧਾ ਪੁੱਛਿਆ ਜਾਵੇ ਰਿਜ਼ਰਵੇਸ਼ਨ ਪਾਲਿਸੀ ਕਿਸ ਆਧਾਰ ਤੇ ਹੈ, ਜਿਹੜੀ ਕਿ ਆਪਾਂ ਨੂੰ SC, RO, MB, ਜਰਨਲ ਅੱਗੇ ਵੰਡਿਆ ਹੋਇਆ, ਆਪਣੇ ਸਪੋਰਟਸ ਹੋ ਗਿਆ, ਜਾਂ ਜਿੰਨੀਆਂ ਵੀ ਕੈਟਾਗਰੀ 'ਚ ਵੰਡਿਆ ਹੋਇਆ, ਉਹ ਕਿਸ ਦੀ ਰਿਜ਼ਰਵੇਸ਼ਨ ਪਾਲਿਸੀ ਮਿਲਦੀ ਹੈ ਆਪਾਂ ਨੂੰ? ਇਸ ਦੇ ਤਹਿਤ ਮਿਲਦੀ। ਸਪੋਰਟਸ ਨਹੀਂ ਆਉਂਦਾ ਇਸ 'ਚ, ਉਹ ਅਲੱਗ ਆ ਜਾਂਦਾ। ਸਮਾਜਿਕ ਤੇ ਆਰਥਿਕ ਰੂਪ ਵਿੱਚ EWS ਆਉਂਦੇ ਜਿਹੜੇ ਹੈ ਨਾ, ਉਹ ਸਾਰਾ ਇਸ ਦੇ ਤਹਿਤ ਹੀ ਹੁੰਦਾ ਹੈ। ਇਸ ਤੋਂ ਬਾਅਦ 16(4) ਸੀ, ਇਸ ਵਿੱਚ 16(4)A ਐਡ ਕੀਤਾ ਗਿਆ ਸੀਗਾ। ਪਹਿਲਾਂ ਕਿਸੇ ਨੂੰ ਸਿਰਫ ਨੌਕਰੀ ਲੈਣ ਤੱਕ ਰਿਜ਼ਰਵੇਸ਼ਨ ਮਿਲਦੀ ਸੀਗੀ। ਠੀਕ ਹੈ ਜੀ, ਨੌਕਰੀ ਲੈਣ ਤੱਕ ਰਿਜ਼ਰਵੇਸ਼ਨ ਸੀਗੀ, ਪਰ ਇਹ 'ਚ 16(4)A ਐਡ ਕੀਤਾ ਗਿਆ ਇੱਕ ਆਰਟੀਕਲ। ਇਹ ਕੀਤਾ ਗਿਆ ਸੀ 70ਵੀਂ ਅਮੈਂਡਮੈਂਟ ਸ਼ੋਧ ਨਾਲ, 70ਵੀਂ ਸ਼ੋਧ 2005 1995 ਰਾਹੀਂ ਇਹ ਐਡ ਕੀਤਾ ਗਿਆ 16(4)A। ਇਸ ਵਿੱਚ ਕੀ ਹੋਇਆ? ਪ੍ਰਮੋਸ਼ਨ ਦੇ ਵਿੱਚ ਵੀ ਰਿਜ਼ਰਵੇਸ਼ਨ ਦੇ ਦਿੱਤੀ ਗਈ। ਪ੍ਰਮੋਸ਼ਨ ਦੇ ਵਿੱਚ ਵੀ ਰਿਜ਼ਰਵੇਸ਼ਨ ਦਿੱਤੀ ਗਈ। ਠੀਕ ਹੈ ਜੀ। ਕੈਰੀ ਫਾਰਵਰਡ ਦਾ ਰੂਲ, ਕੁਐਸਚਨ ਕਿਵੇਂ ਬਣ ਕੇ ਆਉਂਦਾ? ਕੈਰੀ ਫਾਰਵਰਡ ਦਾ ਰੂਲ ਕਿਸ ਆਰਟੀਕਲ ਵਿੱਚ ਡਿਫਾਈਨ ਹੈ? ਕੈਰੀ ਫਾਰਵਰਡ ਰੂਲ ਕਿਸ ਆਰਟੀਕਲ 'ਚ? 16(4) ਦੀ ਕਲੌਜ਼ 16 ਆਰਟੀਕਲ ਦੀ ਕਲੌਜ਼ 4 ਸਬ ਕਲੌਜ਼ A ਦੇ ਵਿੱਚ ਕੈਰੀ ਫਾਰਵਰਡ ਦਾ ਰੂਲ ਹੈ, ਜਿਸ ਵਿੱਚ ਕਿ ਪ੍ਰਮੋਸ਼ਨ ਵਿੱਚ ਵੀ ਰਿਜ਼ਰਵੇਸ਼ਨ ਦਿੱਤੀ ਗਈ। ਜੇ ਕਿਸੇ ਦੀ ਪ੍ਰਮੋਸ਼ਨ ਕਰਨੀ ਹੈ, ਉਸ ਵਿੱਚ ਰਿਜ਼ਰਵੇਸ਼ਨ ਹੈ। 77ਵੀਂ ਸ਼ੋਧ 1995 ਰਾਹੀਂ ਇਸ ਨੂੰ ਐਡ ਕੀਤਾ ਗਿਆ ਸੀਗਾ ਜੀ। ਠੀਕ ਹੈ ਜੀ। ਫਿਰ ਅੱਗੇ 16(5) ਆਰਟੀਕਲ 16(5) ਦੇਖਦੇ ਹਾਂ ਜੀ। ਇਸ ਵਿੱਚ ਕੀ ਹੈ? ਧਾਰਮਿਕ ਸਥਾਨਾਂ ਦੇ ਆਧਾਰ ਤੇ ਵੀ ਰਿਜ਼ਰਵੇਸ਼ਨ ਦੀ ਗੱਲ ਕਰਦਾ। ਇਹ ਵੀ ਧਾਰਮਿਕ ਆਧਾਰ ਤੇ ਵੀ ਰਿਜ਼ਰਵੇਸ਼ਨ ਵੀ ਇਸ ਪਰ ਕਿੱਥੇ?
ਇੱਥੇ ਯਾਦ ਰੱਖਣਾ ਹੈ ਧਾਰਮਿਕ ਸੰਸਥਾਵਾਂ ਵਿੱਚ ਹੀ, ਸਿਰਫ ਧਾਰਮਿਕ ਸੰਸਥਾਵਾਂ ਵਿੱਚ ਹੀ ਧਾਰਮਿਕ ਆਧਾਰ ਤੇ ਰਿਜ਼ਰਵੇਸ਼ਨ ਦੀ ਗੱਲ ਕਰਦਾ ਹੈ। ਕਿਹੜਾ ਆਰਟੀਕਲ 16(5) ਆਰਟੀਕਲ ਸਿਰਫ ਧਾਰਮਿਕ ਸੰਸਥਾਵਾਂ ਵਿੱਚ, ਬਾਕੀ ਹਰ ਜਗ੍ਹਾ ਨਹੀਂ ਹੈ, ਸਿਰਫ ਧਾਰਮਿਕ ਸੰਸਥਾਵਾਂ ਦੇ ਵਿੱਚ ਹੀ ਇਹ ਰਿਜ਼ਰਵੇਸ਼ਨ ਦੀ ਗੱਲ ਕਰਦਾ ਹੈ 16(5) ਆਰਟੀਕਲ ਜੀ। ठीक है, ਇਹਦੇ ਲਈ ਇੰਨਾ ਯਾਦ ਰੱਖਣਾ ਹੈ। ਫਿਰ 16(6) ਜਿਹੜਾ ਹੁਣੇ ਐਡ ਹੋਇਆ ਛੇਤੀ 16(6), ਜਿਸ ਵਿੱਚ EWS ਇਕਨੋਮਿਕ ਵੀਕਰ ਸੈਕਸ਼ਨ ਜਿਹੜਾ ਹੁੰਦਾ ਹੈ, ਇਕਨੋਮਿਕ ਵੀਕਰ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਕਿੰਨੀ ਰਿਪਰੈਜ਼ੈਂਟ 10% 10% ਦੀ ਰਿਜ਼ਰਵੇਸ਼ਨ ਦਿੱਤੀ ਗਈ ਨਾ EWS ਨੂੰ, ਉਹ ਕੀ ਤਹਿਤ ਦਿੱਤੀ ਗਈ 16(6) ਦੇ ਤਹਿਤ ਦਿੱਤੀ ਗਈ। ਠੀਕ ਹੈ ਜੀ, ਕਿਹੜਾ ਅਮੈਂਡਮੈਂਟ ਸੀਗਾ ਉਹਨੇ ਪਿੱਛੇ ਕੀਤਾ ਆਪਾਂ 103 ਸ਼ੋਧ 2019। ਠੀਕ ਹੈ ਜੀ, ਇਸ ਵਿੱਚ ਇੱਕ ਇਕਨੋਮਿਕ मतलब आर्थिक तौर ਤੇ पिछड़े लोगों की गल सिर्फ इको आर्टिकल च की गई 16(4) च पहली बार की गई सी 103 अमेंडमेंट आर्थिक तौर पे। इस तो पहला समाजिक ते सिक्खिक चल रहा सीगा ना, ਆਪਾਂ देखा सीगा आर्थिक तौर पे 103 शोध के राही 2019 10% की जी रिजर्वेशन दी जाती है जी 16(6) के तहत। ठीक है जी, इसमें तुसीं वारी रिवाइज करो, हो जाएंगे याद। थोड़ा जिहा अगे जी क्लॉज है उलझाने वाली जरूर है, पर एवं नहीं है, पर जो समझ के करोगे तरतीब करोगे तो आसानी नाल याद हो जाएगी। जे एक बार ना समझे दूसरी बार वीडियो देखो, नोट्स बनाओ, हो जाएंगे। चलो बाकी अपना अगले आर्टिकल जो 17 तो अगे आप कल पढ़ांगे। सो थैंक यू।